ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਭਲਿੰਦਰ ਸਿੰਘ ਵਿਰਮਾਨੀ, ਤੁਹਾਡਾ ਦੋਸਤ ਤੇ ਤੁਹਾਡਾ ਹੋਸਟ ਤੇ ਤੁਸੀਂ ਵੇਖ ਰਹੇ ਹੋ ਮੇਰੇ ਨਾਲ ਨਾਰਥ ਅਮਰੀਕਾ ਟਰੱਕਿੰਗ ਸ਼ੋ। ਜੀ ਹਾਂ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤੁਹਾਡੇ ਅਸੀਂ ਸਵਾਲਾਂ ਤੇ ਦੇਵਾਂਗੇ ਜਵਾਬ। ਵੱਖ-ਵੱਖ ਸਵਾਲਾਂ ਤੇ ਅੱਜ ਪ੍ਰਤੀਕਿਰਿਆ ਜਾਣਾਂਗੇ ਅਤੇ ਜਿਵੇਂ ਗੱਲ ਹੋਏਗੀ ਅੱਜ ਟਰੱਕਿੰਗ ਕੰਪਨੀ ਦੇ ਖੁੱਲਣ ਤੋਂ ਬਾਅਦ ਵਿੱਚ ਆਉਂਦੀਆਂ ਪਰੇਸ਼ਾਨੀਆਂ ਦੀ ਅਤੇ ਗੱਲ ਕਰਾਂਗੇ ਅੱਜ ਆਡਿਟ ਦੀ, ਕਿਉਂ ਜ਼ਰੂਰਤ ਹੈ ਆਡਿਟ ਦੀ ਅਤੇ ਫਿਰ ਕੀ ਆਡਿਟ ਤੋਂ ਬਚਣ ਦਾ ਕੋਈ ਰਾਹ ਸਾਡੇ ਸਾਹਮਣੇ ਹੈ ਜਾਂ ਫਿਰ ਕਿੰਨੇ ਪ੍ਰਕਾਰ ਦੀ ਹੋ ਸਕਦੀ ਹੈ ਆਡਿਟ। ਨਾਲ ਹੀ ਤੁਹਾਡੇ ਵੱਲੋਂ ਭੇਜੇ ਗਏ ਸਵਾਲਾਂ ਦੇ ਵੀ ਦੇਵਾਂਗੇ ਜਵਾਬ। ਸੋ ਸ਼ੁਰੂ ਕਰਦੇ ਹਾਂ ਆਪਣਾ ਪ੍ਰੋਗਰਾਮ ਨਾਰਥ ਅਮਰੀਕਾ ਟਰੱਕਿੰਗ ਸ਼ੋ। ਸੋ ਇੱਕ ਵਾਰ ਫਿਰ ਮੇਰੇ ਨਾਲ ਮੌਜੂਦ ਨੇ ਸਰਦਾਰ ਰਜਿੰਦਰ ਸਿੰਘ ਟਾਂਡਾ ਜੀ, ਜੋ ਕਿ ਗਲੋਬਲ ਟਰੱਕ ਪਰਮਿਟਸ ਦੇ ਓਨਰ ਨੇ। ਇਸ ਤੋਂ ਇਲਾਵਾ ਟਰੱਕ ਪਰਮਿਟ ਦੀ ਲੋੜ ਹੋਵੇ ਜਾਂ ਫਿਰ ਟਰੱਕ ਲਾਇਸੈਂਸ ਪਲੇਟ ਦੀ ਕੰਪਲੀਐਂਸ ਸਰਵਿਸਿਜ਼ ਵਿੱਚ ਪਿਛਲੇ 15 ਸਾਲਾਂ ਤੋਂ ਪੰਜਾਬੀ ਭਰਾਵਾਂ ਦੀ ਲਗਾਤਾਰ ਸੇਵਾ ਕਰ ਰਹੇ ਨੇ ਸਰਦਾਰ ਰਜਿੰਦਰ ਸਿੰਘ ਟਾਂਡਾ। ਆਓ ਮਿਲ ਕੇ ਉਹਨਾਂ ਦਾ ਸਵਾਗਤ ਕਰਦੇ ਹਾਂ। ਟਾਂਡਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਇਸ ਖਾਸ ਸ਼ੋਅ ਵਿੱਚ। ਭਲਿੰਦਰ ਸਿੰਘ ਜੀ, ਤੁਹਾਨੂੰ ਔਰ ਤੁਹਾਡੇ ਸਾਰੀ ਟੀਮ ਨੂੰ, ਤੁਹਾਡੇ ਸਾਰੇ ਦਰਸ਼ਕਾਂ ਨੂੰ, ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਮੇਰੇ ਰਜਿੰਦਰ ਸਿੰਘ ਟਾਂਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਟਾਂਡਾ ਸਾਹਿਬ, ਅਸੀਂ ਪਿਛਲੇ ਹਫਤੇ ਸ਼ੋਅ ਵਿੱਚ ਦਰਸ਼ਕਾਂ ਨੂੰ ਦੱਸ ਚੁੱਕੇ ਹਾਂ ਕਿ ਕਿਸ ਤਰ੍ਹਾਂ ਉਹ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਨੇ, ਕਿਸ ਤਰ੍ਹਾਂ ਡਰਾਈਵਰ ਦੀ ਭਾਲ ਕਰ ਸਕਦੇ ਨੇ ਤੇ ਫਿਰ ਕਿਸ ਤਰ੍ਹਾਂ ਉਹਨਾਂ ਨੂੰ ਸਿਖਲਾਈ ਦੇ ਸਕਦੇ ਨੇ। ਪਰ ਅੱਜ ਅਸੀਂ ਗੱਲ ਕਰਾਂਗੇ ਕੰਪਨੀ ਸ਼ੁਰੂ ਹੋਣ ਤੋਂ ਬਾਅਦ ਦੀ। ਜੀ ਹਾਂ, ਸੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕੰਪਨੀ ਸ਼ੁਰੂ ਕਰਨ ਤੋਂ ਬਾਅਦ ਕੀ ਵੱਖ-ਵੱਖ ਆਡਿਟਸ ਆ ਮਾਲਕਾਂ ਨੂੰ ਹਰ ਹਾਲਤ ਵਿੱਚ ਸਾਹਮਣਾ ਕਰਨਾ ਹੀ ਪੈਂਦਾ ਹੈ ਜਾਂ ਫਿਰ ਕੀ ਇਹ ਕੋਈ ਜ਼ਰੂਰੀ ਨਿਯਮ ਹੈ? ਹਾਂਜੀ, ਬਿਲਕੁਲ ਭਲਿੰਦਰ ਸਿੰਘ ਜੀ, ਕੁਛ ਇੱਕ ਆਡਿਟ ਜਿਹੜੇ ਹੈਗੇ ਉਹ ਮੈਂਡੇਟਰੀ ਭਾਵ ਕੰਪਲਸਰੀ ਹੁੰਦੇ ਆ। ਟਰੱਕਿੰਗ ਨਾਲ ਰਿਲੇਟਡ ਜਿਹੜੇ ਸਾਡੇ ਕੋਲ ਜਦੋਂ ਅਸੀਂ ਟਰੱਕਿੰਗ ਕੰਪਨੀ ਖੋਲਦੇ ਆ ਤਾਂ ਸਾਨੂੰ ਕਈ ਪ੍ਰਕਾਰ ਦੇ ਆਡਿਟਾਂ ਵਿੱਚ ਸਾਡੇ DOTs ਦੇ ਆਡਿਟ, ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਜਿਹੜੇ ਕਿ ਸਪੈਸ਼ਲੀ ਕੈਲੀਫੋਰਨੀਆ ਸਟੇਟ ਵਾਸਤੇ ਆਡਿਟ ਹਨ। ਕੁਛ ਇੱਕ ਹੋਰ ਡਿਪਾਰਟਮੈਂਟ ਜਿਵੇਂ DMV ਦੇ ਆਡਿਟ ਹੈ, EMPLOYER ਡਿਵੈਲਪਮੈਂਟ ਡਿਪਾਰਟਮੈਂਟ ਦੇ ਆਫਿਸ ਹੈ, ਆਡਿਟਸ ਹਨ। ਇਸ ਤੋਂ ਇਲਾਵਾ ਆਈਰਸ ਦਾ ਆਡਿਟ ਹੋ ਸਕਦਾ ਹੈ। ਸੋ ਕੋਈ 7-8 ਤਰ੍ਹਾਂ ਦੇ ਆਡਿਟ ਜਿਹੜੇ ਆ ਉਹ ਸਾਡੇ ਹੋ ਸਕਦੇ ਆ। ਪਰ ਮੋਟੇ ਰੂਪ ਵਿੱਚ ਕਿਉਂਕਿ ਅਸੀਂ ਜ਼ਿਆਦਾ ਟਰੱਕਿੰਗ ਨਾਲ ਰਿਲੇਟਡ ਅੱਜ ਗੱਲ ਕਰਾਂਗੇ, ਜ਼ਿਆਦਾ ਅਸੀਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਨਾਲ ਰਿਲੇਟਡ ਗੱਲ ਕਰਾਂਗੇ। ਮੋਟੇ ਰੂਪ ਜਿਹੜੇ ਪਹਿਲੀ ਗੱਲ ਆਪਾਂ ਜਿਹੜੀ ਤੁਸੀਂ ਕੰਪਲਸਰੀ ਦੀ ਗੱਲ ਕੀਤੀ ਹੈ, ਬਾਕੀ ਸਾਰੇ ਆਡਿਟ ਹੋ ਵੀ ਸਕਦੇ ਹਨ, ਨਹੀਂ ਵੀ ਹੋ ਸਕਦੇ ਜਿਹੜੇ ਬਾਕੀ ਡਿਪਾਰਟਮੈਂਟਸ ਦੇ ਹਨ। ਬਟ ਜਿਹੜੇ ਮੈਂਡੇਟਰੀ ਆਡਿਟ, ਜਿਹੜੇ ਕੰਪਲਸਰੀ ਆਡਿਟ ਹਨ, ਉਹਨਾਂ 'ਚ ਸਭ ਤੋਂ ਪਹਿਲਾਂ ਜਦੋਂ ਅਸੀਂ ਇੰਟਰਸਟੇਟ ਅਥਾਰਟੀ ਲੈਂਦੇ ਹਾਂ, ਜਿਹਦੇ ਵਿੱਚ ਭਾਵ ਅਸੀਂ ਬਾਹਰ ਨੂੰ ਚੱਲਣ ਵਾਲੀਆਂ ਜਿਹੜੀਆਂ ਜਿਹਨੂੰ ਅਸੀਂ ਕਹਿੰਦੇ ਕਿ ਸਾਡੇ ਕੋਲ ਬਾਹਰ ਵਾਲੇ ਪਰਮਿਟ ਹਨ, ਜਦੋਂ ਅਸੀਂ ਜਿਹਨੂੰ ਅਸੀਂ ਪੁਰਾਣੇ ਵੇਲੇ 'ਚ ICC ਪਰਮਿਟ ਕਹਿੰਦੇ ਸੀ, ਅੱਜ ਕੱਲ੍ਹ ਉਹਨੂੰ DOT ਜਾਂ MC ਪਰਮਿਟ ਕਹਿੰਦੇ ਆ। ਫੈਡਰਲ ਮੋਟਰ ਕੈਰੀਅਰ ਦਾ ਇਹ ਪਰਮਿਟ ਹੁੰਦਾ ਜਿਹਦੇ ਉੱਤੇ ਅਸੀਂ ਕੈਲੀਫੋਰਨੀਆ ਤੋਂ ਜਾ ਕੇ ਬਾਹਰ ਟਰੱਕ ਚਲਾ ਸਕਦੇ ਹਾਂ। ਸਭ ਤੋਂ ਪਹਿਲਾਂ ਜਦੋਂ ਸਾਡੀ ਅਥਾਰਟੀ ਐਕਟਿਵ ਹੁੰਦੀ ਹੈ ਤਾਂ ਪਹਿਲਾ ਆਡਿਟ ਜਿਹੜਾ ਕਰੀਬ 60 ਤੋਂ ਲੈ ਕੇ 90 ਦਿਨ ਦੇ ਵਿੱਚ ਸਾਨੂੰ ਡਿਪਾਰਟਮੈਂਟ ਵੱਲੋਂ ਅਪਰੋਚ ਕੀਤਾ ਜਾਂਦਾ, ਉਹ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦਾ ਪਹਿਲਾ ਆਡਿਟ ਹੈ, ਜਿਹਨੂੰ ਅਸੀਂ ਨਿਊ ਐਂਟਰੈਂਟ ਪ੍ਰੋਗਰਾਮ ਕਹਿੰਦੇ ਹਾਂ। ਹਰੇਕ ਨਵਾਂ ਕੈਰੀਅਰ ਜਿਹੜਾ ਨਵੇਂ ਪਰਮਿਟ ਲੈ ਕੇ ਰੋਡ ਤੇ ਟਰੱਕ ਚਲਾਉਣਾ ਸ਼ੁਰੂ ਕਰਦਾ ਹੈ ਜਾਂ ਇੱਕ ਤੋਂ ਵੱਧ ਟਰੱਕ ਆਪਣੇ ਚਲਾਉਂਦਾ ਹੈ, ਉਹਦਾ 90 ਦਿਨ ਦੇ ਵਿੱਚ ਪਹਿਲਾ ਨਿਊ ਐਂਟਰੈਂਟ ਆਡਿਟ ਜਿਹੜਾ ਹੈਗਾ ਇਹ ਇੱਕ ਟ੍ਰੇਨਿੰਗ ਕਮ ਆਡਿਟ ਹੁੰਦਾ, ਜਿਹਦੇ ਵਿੱਚ ਆਡਿਟ ਵੀ ਕੀਤਾ ਜਾਂਦਾ ਪਰ ਤੁਹਾਨੂੰ ਨਾਲ ਗਾਈਡੈਂਸ ਵੀ ਦਿੱਤੀ ਜਾਂਦੀ ਹੈ। ਤੁਹਾਨੂੰ ਗਾਈਡ ਕੀਤਾ ਜਾਂਦਾ ਕਿ ਭਾਈ ਤੁਸੀਂ ਇੰਨੀ ਜਗ੍ਹਾ ਜਿਹੜੇ ਤੁਹਾਡੇ ਏਰੀਏ ਹਨ ਇਹ ਠੀਕ ਹਨ, ਜਿਹੜੇ ਏਰੀਆ ਹੈ ਤੁਹਾਡੀ ਇੱਥੇ ਕਮਜ਼ੋਰੀ ਹੈ, ਤੁਸੀਂ ਇਹਨੂੰ ਕਰੈਕਟ ਕਰੋ। ਔਰ ਫਿਰ ਜੇਕਰ ਉਹ ਕਰੈਕਟ ਨਹੀਂ ਕੀਤੇ ਜਾਂਦੇ ਤਾਂ ਤੁਹਾਡੀ DOT ਸਸਪੈਂਡ ਕੀਤੀ ਜਾ ਸਕਦੀ ਹੈ ਜਾਂ ਰੈਵੋਕੇਟ ਕੀਤੀ ਜਾ ਸਕਦੀ ਹੈ ਜਾਂ ਡਿਸਮਿਸ ਕੀਤੀ ਜਾ ਸਕਦੀ ਹੈ। ਪਰ ਜਨਰਲੀ ਤੁਹਾਨੂੰ ਉਹ 15-20 ਦਿਨ ਦਾ, ਮਹੀਨੇ ਦਾ ਟਾਈਮ ਦਿੰਦੇ ਆ, ਜਿਹਦੇ ਵਿੱਚ ਤੁਸੀਂ ਉਹ ਸਾਰੇ ਜਿਹੜੇ ਪ੍ਰੋਗਰਾਮ ਹੈ, ਜਿਹੜੇ ਆਪਣਾ ਜੋ ਵੀ ਤੁਹਾਡੀਆਂ ਡੈਵੀਏਸ਼ਨਸ ਹੈਗੀਆਂ ਜਾਂ ਤੁਹਾਡੀਆਂ ਜਿਹੜੀਆਂ ਕਮੀਆਂ ਹੈਗੀਆਂ ਤੁਸੀਂ ਉਹ ਪੂਰੀਆਂ ਕਰਨੀਆਂ ਹੁੰਦੀਆਂ। ਸੋ ਪਹਿਲਾ ਜਿਹੜਾ ਆਡਿਟ ਹੈਗਾ ਉਹ ਨਿਊ ਐਂਟਰੈਂਟ ਪ੍ਰੋਗਰਾਮ ਹੈ। 18 ਮਹੀਨੇ ਤੱਕ ਕੋਈ ਵੀ ਜਿਹੜਾ ਕੈਰੀਅਰ ਆ ਪਹਿਲੇ ਉਹਦੀ DOT ਐਕਟਿਵ ਹੋਣ ਤੋਂ ਬਾਅਦ ਜਾਂ MC ਪਰਮਿਟ ਐਕਟਿਵ ਹੋਣ ਤੋਂ ਬਾਅਦ ਪਹਿਲੇ 18 ਮਹੀਨੇ ਤੱਕ ਉਹ ਨਿਊ ਐਂਟਰੈਂਟ ਪ੍ਰੋਗਰਾਮ ਵਿੱਚ ਰਹਿੰਦਾ। ਉਹਦੇ ਇੱਕ ਜਾਂ ਇੱਕ ਤੋਂ ਵੱਧ ਵਾਰ ਉਹ ਆਡਿਟ ਹੋ ਸਕਦੇ ਆ, ਪਰ ਨਾਰਮਲੀ ਉਹ ਆਡਿਟ ਇੱਕ ਵਾਰੀ ਹੀ ਹੁੰਦਾ ਹੈ। ਅਗਰ ਬੰਦਾ ਕੋਈ ਜ਼ਿਆਦਾ ਉਹ ਕੈਰੀਅਰ ਜਿਹੜਾ ਆ ਉਹ ਜ਼ਿਆਦਾ ਵੱਡੀ ਗਲਤੀ ਨਹੀਂ ਕਰਦਾ ਤਾਂ ਉਹ ਆਡਿਟ ਇੱਕ ਵਾਰ ਹੀ 18 ਮਹੀਨੇ 'ਚ ਹੁੰਦਾ। ਸੋ ਉਹ ਇੱਕ ਮੈਂਡੇਟਰੀ ਆਡਿਟ ਆ ਜਿਹੜਾ ਕਿ ਹੋਣਾ ਹੀ ਹੋਣਾ ਹੈ।
ਉਸ ਤੋਂ ਬਾਅਦ ਜੀ ਤੁਹਾਡੀ ਅਗਲੀ ਇਨਸਪੈਕਸ਼ਨ ਜਿਹੜੀ ਹੈ ਉਹਨੂੰ ਅਸੀਂ ਬਿਟ ਇਨਸਪੈਕਸ਼ਨ ਕਹਿੰਦੇ ਆ, ਜਿਹੜੀ ਕਿ ਕੈਲੀਫੋਰਨੀਆ ਸਟੇਟ ਵਿੱਚ ਹੀ ਹੈ। ਬਾਕੀ ਸਟੇਟਾਂ ਵਿੱਚ ਉਹਦੇ ਨਾਲ ਦਾ ਪੈਰਲਲ ਪ੍ਰੋਗਰਾਮ ਨਹੀਂ। ਉਹਦਾ ਫੁੱਲ ਫਾਰਮ ਹੈਗੀ ਆ ਵਾਈਨੀਅਲ ਇਨਸਪੈਕਸ਼ਨ ਆਫ ਟਰਮੀਨਲ। ਸੋ ਬੇਸਿਕਲੀ ਤੁਹਾਡਾ ਜਿਹੜਾ ਪੁਲਿਸ ਆਫਿਸਰ ਆ ਉਹ ਜ਼ਿਆਦਾਤਰ ਤੁਹਾਡੇ, ਜਿਹੜੀ ਪਹਿਲੀ ਇਨਸਪੈਕਸ਼ਨ ਦੀ ਮੈਂ ਗੱਲ ਕੀਤੀ ਹੈ ਆਪਣੇ DOT ਇਨਸਪੈਕਸ਼ਨ ਦੀ, ਜਿਹੜੀ ਸੀ ਨਿਊ ਇੰਟਰੈਂਟ ਪ੍ਰੋਗਰਾਮ ਦੀ ਗੱਲ ਕੀਤੀ ਹੈ, ਉਹਦੇ ਵਿੱਚ ਤੁਹਾਡੇ ਟਰੱਕਾਂ ਨੂੰ ਜਾਂ ਤੁਹਾਡੇ ਵਹੀਕਲਸ ਨੂੰ ਜਾਂ ਤੁਹਾਡੇ ਟ੍ਰੇਲਰਸ ਨੂੰ ਫਿਜ਼ੀਕਲੀ ਆਣ ਕੇ ਡਿਪਾਰਟਮੈਂਟ ਵੱਲੋਂ ਚੈੱਕ ਨਹੀਂ ਕੀਤਾ ਜਾਂਦਾ। ਕੇਵਲ ਜਿਹੜਾ ਪੇਪਰ ਵਰਕ ਆ, ਜਿਹਦੇ ਵਿੱਚ ਤੁਹਾਡੀਆਂ ਡਰਾਈਵਰ ਦੀਆਂ ਐਪਲੀਕੇਸ਼ਨ, ਤੁਹਾਡੀ ਡਰਗ ਟੈਸਟਿੰਗ ਪ੍ਰੋਗਰਾਮ, ਤੁਹਾਡੀ ਰੈਂਡਮ ਦੀ ਇਨਰੋਲਮੈਂਟ, ਜਿਹਦੇ ਵਿੱਚ ਤੁਹਾਡੇ ਵਹੀਕਲ ਦੀ ਲਿਸਟ, ਉਹਦਾ ਮੇਨਟੇਨੈਂਸ ਰੈਕਡ, ਤੁਹਾਡੀਆਂ ਇੰਸ਼ੋਰੈਂਸ ਦੇ ਫਾਰਮਸ, ਇਹ ਸਾਰਾ ਕੁਝ, ਤੁਹਾਡੀ ਡਰਾਈਵਰ ਦੀ ਬੈਕਗਰਾਉਂਡ ਚੈੱਕ, ਇਹ ਸਾਰਾ ਕੁਝ ਪਹਿਲੇ ਆਡਿਟ ਦੇ ਵਿੱਚ ਦੇਖਿਆ ਜਾਂਦਾ। ਔਰ ਪਿਛਲੇ 2-3 ਸਾਲ ਤੋਂ ਹੁਣ ਜਿਹੜਾ ਨਵਾਂ ਪ੍ਰੋਗਰਾਮ ਉਹਦੇ ਵਿੱਚ ਪੁਲਿਸ ਆਫਿਸਰ ਆਪ ਵੀ ਤੁਹਾਡੇ ਕੋਲ ਚੱਲ ਕੇ ਔਰ ਤੁਹਾਡੇ ਆਫਿਸ ਨਹੀਂ ਆਉਂਦਾ। ਇਹ ਸਾਰਾ ਕੁਝ ਆਨਲਾਈਨ ਹੁੰਦਾ। ਤੁਹਾਨੂੰ ਇੱਕ ਵੈਬਸਾਈਟ ਦਾ ਲਿੰਕ ਭੇਜਤਾ ਜਾਂਦਾ, ਜਿਹਦੇ ਵਿੱਚ ਤੁਸੀਂ ਆਪਣੇ ਸਾਰੇ ਡਾਕੂਮੈਂਟ ਦੀ ਲਿਸਟ ਜਿਹੜੀ ਤੁਹਾਨੂੰ ਡਿਪਾਰਟਮੈਂਟ ਵੱਲੋਂ ਭੇਜੀ ਜਾਂਦੀ ਹੈ, ਤੁਸੀਂ ਉਹ ਡਿਪਾਰਟਮੈਂਟ ਦੀ ਲਿਸਟ ਜਿਹੜੀ ਹੈਗੀ ਉਹ ਸਾਰੀ ਤਿਆਰ ਕਰਕੇ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਉਹਨੂੰ ਅਪਲੋਡ ਕਰਨਾ ਹੁੰਦਾ। ਜੇਕਰ ਉਹਨਾਂ 'ਚ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਆਫਿਸਰ ਤੁਹਾਨੂੰ ਦੁਬਾਰਾ ਕੰਟੈਕਟ ਕਰਦਾ। ਸੋ ਦੂਜੀ ਜਿਹੜੀ ਹੈ ਉਹ ਬਿਟ ਇਨਸਪੈਕਸ਼ਨ ਹੈ, ਜਿਹੜੀ ਕਿ 2 ਸਾਲ ਬਾਅਦ ਅਮੂਮਨ ਤੁਹਾਡੇ ਹਰ ਇੱਕ ਦੀ ਹੁੰਦੀ ਹੈ। 23 ਮਹੀਨੇ ਬਾਅਦ ਪੁਲਿਸ ਆਫਿਸਰ ਨੇ ਆਉਣਾ ਹੁੰਦਾ, ਜਿਹਦੇ ਵਿੱਚ ਪੇਪਰ ਵਰਕ ਵੀ ਚੈੱਕ ਕੀਤਾ ਜਾਂਦਾ, ਜਿਹੜਾ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ। ਸਾਰਾ ਐਪਲੀਕੇਸ਼ਨ ਲੋਡ ਔਰ ਉਹਨਾਂ ਨੂੰ ਮੈਚ ਕਰਕੇ ਲੌਗ ਬੁੱਕਸ ਤੁਹਾਡੀਆਂ ਸਾਰੀਆਂ ਚੈੱਕ ਕੀਤੀਆਂ ਜਾਂਦੀਆਂ। ਉਹਦੇ ਨਾਲ ਨਾਲ ਬਿਟ ਇਨਸਪੈਕਸ਼ਨ ਦੀ ਖਾਸੀਅਤ ਇਹ ਹੈ ਕਿ ਇਹਦੇ ਵਿੱਚ ਤੁਹਾਡੇ ਬਕਾਇਦਾ ਟੋਟਲ ਫਲੀਟ ਦਾ 1/4 ਜਿਹੜੇ ਵਹੀਕਲ ਹੈਗੇ, ਜਿਵੇਂ ਤੁਹਾਡੇ ਕੋਲ 25 ਟਰੱਕ 25 ਟ੍ਰੇਲਰ ਹਨ ਤੇ ਤੁਹਾਡੇ ਟੋਟਲ 50 ਬਣੇ, ਜਿਨ੍ਹਾਂ ਵਿੱਚੋਂ 12 ਤੋਂ ਲੈ ਕੇ 13 ਤੱਕ ਉਹਨਾਂ ਨੇ ਬਕਾਇਦਾ ਤੁਹਾਡੇ ਯਾਰਡ ਵਿੱਚ ਆਣ ਕੇ ਵਹੀਕਲ ਦੀ ਇਨਸਪੈਕਸ਼ਨ ਕਰਨੀ ਹੁੰਦੀ ਆ। ਪੁਲਿਸ ਅਫਸਰ ਬਕਾਇਦਾ ਕਰੀਪਰ ਲੈ ਕੇ ਤੁਹਾਡੇ ਟਰੱਕ ਦੇ ਥੱਲੇ ਜਾ ਕੇ, ਟਰੱਕ ਦੇ ਉੱਪਰ ਚੜ੍ਹ ਕੇ ਹਰ ਤਰ੍ਹਾਂ ਦੀ ਉਹਦੀ ਡਿਟੇਲਡ ਇਨਸਪੈਕਸ਼ਨ ਕਰਦਾ, ਜਿਹਦੇ ਵਿੱਚ ਅਗਰ ਤੁਹਾਡਾ ਟਰੱਕ ਅੱਗੇ ਉਹ 12 ਦੇ ਵਿੱਚੋਂ ਅਗਰ ਮੋਰ ਦੈਨ 25% ਜਿਹੜੇ ਟਰੱਕ ਆਊਟ ਆਫ ਸਰਵਿਸ ਹੋ ਜਾਂਦੇ, ਭਾਵ 12 ਦੇ ਵਿੱਚੋਂ ਜੇ 3 ਤੋਂ ਵੱਧ ਟਰੱਕ ਜਿਹੜੇ ਆ ਉਹ ਆਊਟ ਆਫ ਸਰਵਿਸ ਹੋ ਜਾਂਦੇ ਆ, ਭਾਵ ਚੱਲਣ ਦੇ ਯੋਗ ਨਹੀਂ ਹੁੰਦੇ, ਤਾਂ ਉਸ ਕੇਸ ਵਿੱਚ ਤੁਹਾਡੀ ਕੰਪਨੀ ਜਿਹੜੀ ਹੈ ਉਹਦਾ ਦੁਬਾਰਾ ਇਨਸਪੈਕਸ਼ਨ ਹੁੰਦੀ ਹੈ। ਜੇਕਰ ਦੁਬਾਰਾ ਇਨਸਪੈਕਸ਼ਨ ਵਿੱਚ ਵੀ ਤੁਸੀਂ ਫੇਲ ਹੁੰਦੇ ਹੋ ਤਾਂ ਫਿਰ ਤੁਹਾਡੀ ਨੂੰ ਕੰਡੀਸ਼ਨਲ ਕੀਤਾ ਜਾਂਦਾ ਹੈ, ਜਾਂ ਤੁਹਾਡੀ ਕੰਪਨੀ ਨੂੰ ਅਨਸੈਟਿਸਫੈਕਟਰੀ ਕੀਤਾ ਜਾਂਦਾ, ਜਾਂ ਉਹਨੂੰ ਸਸਪੈਂਡ ਕਰਨ ਤੱਕ ਦੀ ਨੌਬਤ ਆ ਸਕਦੀ ਹੈ। ਉਸ ਤੋਂ ਬਾਅਦ ਜਿਹੜਾ ਤੀਜਾ ਮੈਂਡੇਟਰੀ ਆਡਿਟ ਹੈ, ਜਿਹੜਾ ਆਡਿਟ ਹੈ ਉਹ ਹੈ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦਾ ਜਿਹੜਾ ਰੈਗੂਲਰ ਆਡਿਟ। ਨਿਊ ਐਂਟਰੈਂਟ ਪ੍ਰੋਗਰਾਮ ਤੋਂ ਜਦੋਂ ਤੁਸੀਂ ਬਾਹਰ ਚਲੇ ਜਾਂਦੇ ਹੋ ਤਾਂ ਫਿਰ ਰੈਗੂਲਰ ਆਡਿਟ ਜਿਹੜਾ ਉਹਦੀ ਕੋਈ ਖਾਸ ਮਿਆਦ ਨਹੀਂ ਹੁੰਦੀ, ਪਰ ਉਹ ਕਦੀ ਵੀ ਜਦੋਂ ਤੁਹਾਡੀ ਆਨਲਾਈਨ ਰੇਟਿੰਗਸ ਤੁਹਾਡੀਆਂ ਹੁੰਦੀਆਂ, ਜਦੋਂ ਤੁਹਾਡੇ ਡਰਾਈਵਰ ਪੁੱਲ ਹੁੰਦੇ ਆ ਆਪਣੇ ਸਕੇਲ ਦੇ ਉੱਤੇ, ਤਾਂ ਉਹਨਾਂ ਦਾ ਇੱਕ ਬਕਾਇਦਾ ਰੈਕਡ ਬਣਦਾ ਆ ਕਿ ਤੁਹਾਡੇ ਟਰੱਕ ਦੇ ਵਿੱਚ ਫਲਾਨੀ ਪ੍ਰੋਬਲਮ ਸੀ, ਤੁਹਾਡੇ ਡਰਾਈਵਰਸ ਨੂੰ ਲੌਗ ਬੁੱਕ ਦੀ ਸਾਈਟੇਸ਼ਨ ਮਿਲੀ ਆ, ਤੁਹਾਡੇ ਡਰਾਈਵਰ ਨੂੰ ਆਟੋ ਓਵਰ ਸਪੀਡ ਦੀ ਜਿਹੜੀ ਹੈਗੀ ਆ ਉਹ ਸਾਈਟੇਸ਼ਨ ਮਿਲੀ ਹੈ, ਜਾਂ ਤੁਹਾਡੇ ਟਰੱਕ ਦੀ ਮੇਨਟੇਨੈਂਸ ਦੀ ਔਨ ਰੋਡ ਕੋਈ ਪ੍ਰੋਬਲਮ ਆਈ ਆ। ਉਹ ਜਦੋਂ ਤੁਸੀਂ ਔਨ ਰੋਡ ਚੱਲਦੇ ਹੋ, ਜਿੰਨੇ ਵੀ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਉਹ ਸਾਰੀਆਂ ਇੱਕ ਰੈਕਡ ਬਣਦਾ ਆ ਫੈਡਰਲ ਮੋਟਰ ਕੈਰੀਅਰ ਦੀ ਸਾਈਟ ਦੇ ਉੱਤੇ। ਜਦੋਂ ਤੁਹਾਡੇ ਉਹ ਰੈਕਡ ਬਣਨ ਤੋਂ ਬਾਅਦ ਤੁਹਾਡਾ ਹਰੇਕ ਜਿਹੜੀ ਤੁਹਾਡੀ ਸਾਈਟੇਸ਼ਨ ਆ ਜਾਂ ਤੁਹਾਡੀ ਹਰੇਕ ਵਾਇਲੇਸ਼ਨ ਹੈ ਉਹਦਾ ਇੱਕ ਨੰਬਰ ਕੱਟਿਆ ਜਾਂਦਾ। ਜਦੋਂ ਤੁਹਾਡੇ ਨੰਬਰ ਇੰਨੇ ਜ਼ਿਆਦਾ ਕੱਟੇ ਜਾਂਦੇ ਆ, ਤੁਹਾਡੀ ਜਿਹੜੀ ਸੇਫਟੀ ਰੇਟਿੰਗ ਆ ਉਹ ਬਹੁਤ ਉੱਪਰ ਚਲ ਜਾਂਦੀ ਹੈ। ਜਦੋਂ ਥ੍ਰੈਸ਼ਹੋਲਡ ਤੋਂ ਉੱਪਰ ਜਾਂਦੀ ਹੈ, ਜਿਵੇਂ ਫਾਰ ਐਗਜ਼ਾਮਪਲ ਉਹਨਾਂ ਦੀ 70% ਥ੍ਰੈਸ਼ਹੋਲਡ ਹੈ, ਅਗਰ 70 ਤੋਂ ਤੁਹਾਡੀ ਘੱਟ ਰਹਿੰਦੀ ਹੈ ਤੇ ਫਿਰ ਉਹਦੇ ਵਿੱਚ ਤੁਹਾਡੀ ਆਡਿਟ ਹੋਣ ਦੇ ਚਾਂਸਸ ਘੱਟ ਹੁੰਦੇ ਆ। ਜਿਉਂ-ਜਿਉਂ ਤੁਸੀਂ ਥ੍ਰੈਸ਼ਹੋਲਡ ਉਸ ਬਾਰ ਨੂੰ ਪਾਰ ਕਰਦੇ ਹੋ ਤੇ ਫਿਰ ਤੁਹਾਡੇ ਆਡਿਟ ਹੋਣ ਦੇ ਜਿਹੜੇ ਚਾਂਸ ਆ ਉਹ ਵੱਧ ਜਾਂਦੇ ਆ। ਸੋ ਮੋਟੇ ਰੂਪ ਵਿੱਚ ਨਿਊ ਐਂਟਰੈਂਟ ਇਨਸਪੈਕਸ਼ਨ, ਬਿਟ ਇਨਸਪੈਕਸ਼ਨ ਔਰ DOT ਇਨਸਪੈਕਸ਼ਨ, ਇਹ 3 ਤਰ੍ਹਾਂ ਦੀਆਂ ਜਿਹੜੀਆਂ ਮੈਂਡੇਟਰੀ ਇਨਸਪੈਕਸ਼ਨ ਆ ਜਿਨ੍ਹਾਂ ਨੂੰ ਸਾਨੂੰ ਟਰੱਕਿੰਗ ਕੰਪਨੀ ਨੂੰ ਮੋਟੇ ਰੂਪ ਦੇ ਵਿੱਚ ਜਿਨ੍ਹਾਂ ਨੂੰ ਸਾਹਮਣਾ ਕਰਨਾ ਪੈਂਦਾ ਜੀ। ਇਹ 3 ਤਰ੍ਹਾਂ ਦੀ ਤਾਂ ਡਾਣਾ ਸਾਹਿਬ ਤੁਸੀਂ ਦੱਸਿਆ ਕਿ ਬਹੁਤ ਜ਼ਰੂਰੀ ਨੇ, ਲੇਕਿਨ ਜੇਕਰ ਵੱਖ-ਵੱਖ ਆਡਿਟਸ ਦੀ ਗੱਲ ਕਰੀਏ ਤਾਂ ਕੀ ਆਡਿਟਸ ਦੇ ਵੱਖ-ਵੱਖ ਰੂਪ ਵੀ ਹੁੰਦੇ ਨੇ? ਸਰਲ ਸ਼ਬਦਾਂ ਵਿੱਚ ਪੁੱਛਿਆ ਜਾਏ ਤਾਂ ਕਿੰਨੇ ਪ੍ਰਕਾਰ ਦੇ ਆਡਿਟ ਹੋ ਸਕਦੇ ਨੇ ਇਨ ਤਿੰਨਾਂ ਤੋਂ ਇਲਾਵਾ? ਇਸ ਤੋਂ ਇਲਾਵਾ ਕਾਫੀ ਆਡਿਟਸ ਹੋਰ ਹਨ। IRS ਆਡਿਟ ਤੁਹਾਡਾ ਕਰ ਸਕਦੀ ਹੈ, ਜਿਹੜੀ ਕਿ ਕਿਸੇ ਵੀ ਬਿਜ਼ਨਸ, ਉਹਦਾ ਟਰੱਕਿੰਗ ਦੇ ਨਾਲ ਕੋਈ ਜ਼ਿਆਦਾ ਸੰਬੰਧ ਨਹੀਂ ਹੈ, ਪਰ ਉਹ ਕਿਸੇ ਵੀ ਬਿਜ਼ਨਸ ਦਾ ਇਨਕਮ ਟੈਕਸ ਆਡਿਟ ਜਿਹੜਾ ਸਾਡਾ ਹੁੰਦਾ ਹੈ ਫੈਡਰਲ ਦਾ, ਉਹ ਕਦੀ ਵੀ ਹੋ ਸਕਦਾ। ਇੱਕ ਪਹਿਲਾ ਆਡਿਟ ਆ ਜਿਹਦੇ ਵਿੱਚ ਅਗਰ
ਤੁਸੀਂ ਖਰਚੇ ਗਲਤ ਪਾਉਂਦੇ ਹੋ ਜਾਂ ਕਿਸੇ ਵੀ ਕਿਸਮ ਦੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਮੇਨਟੇਨੈਂਸ ਜਿਹੜੀ ਹੈ ਉਹ ਗਲਤ ਤਰੀਕੇ ਨਾਲ ਪਾਈ ਗਈ ਹੈ, ਜਾਂ ਕੋਈ ਐਸਾ ਖਰਚਾ ਤੁਸੀਂ ਵੱਡਾ ਪਾ ਲੈਂਦੇ ਹੋ ਜਿਹੜਾ ਕਿ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ, ਤਾਂ ਉਸ ਕੇਸ ਦੇ ਵਿੱਚ ਤੁਹਾਡੀ ਜਿਹੜੀ ਟੈਕਸ ਰਿਟਰਨ ਆ ਉਹ ਟੈਗ ਹੋ ਜਾਂਦੀ ਹੈ ਔਰ ਤੁਹਾਨੂੰ ਆਡਿਟ ਦਾ ਜਵਾਬ ਦੇਣਾ ਪੈਂਦਾ। ਇਹ ਕਿਸੇ ਵੀ ਬਿਜ਼ਨਸ ਵਾਸਤੇ ਜਿਹੜੀ ਹੈ ਉਹ ਹੋ ਸਕਦੀ ਹੈ, ਇਹਦਾ ਟਰੱਕਿੰਗ ਦੇ ਨਾਲ ਕੋਈ ਵੱਡਾ ਸੰਬੰਧ ਨਹੀਂ। ਪਰ ਜੇਕਰ ਅਸੀਂ ਮੂਲ ਰੂਪ ਵਿੱਚ ਟਰੱਕਿੰਗ ਦੀ ਹੀ ਗੱਲ ਕਰੀਏ ਤਾਂ ਟਰੱਕਿੰਗ ਨੂੰ ਜਿਹੜਾ ਉਸ ਤੋਂ ਬਾਅਦ ਵੱਡਾ ਆਡਿਟ ਜਿਹੜਾ ਸਾਹਮਣਾ ਕਰਨਾ ਪੈਂਦਾ ਉਹ IRP ਦਾ ਆਡਿਟ ਹੈ, ਜਿਹਨੂੰ ਕਿਸੇ ਲਾਇਸੈਂਸ ਪਲੇਟਾਂ ਜਿਹਦੀ ਅਸੀਂ ਕਈ ਵਾਰੀ ਗੱਲ ਕਰ ਚੁੱਕੇ ਹਾਂ, ਜਿਹੜੀਆਂ IRP ਪਲੇਟਾਂ ਇੰਟਰਨੈਸ਼ਨਲ ਰਜਿਸਟ੍ਰੇਸ਼ਨ ਪਲਾਨ, ਜਿਹਦੇ ਵਿੱਚ ਤੁਸੀਂ ਜਦੋਂ ਬਾਹਰ ਨੂੰ ਚੱਲਦੇ ਹੋ ਕੈਲੀਫੋਰਨੀਆ ਤੋਂ ਬਾਹਰਲੀਆਂ ਸਟੇਟਸ ਦੇ ਵਿੱਚ ਤੁਸੀਂ ਆਪਣਾ ਟਰੱਕ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ IRP ਰਜਿਸਟ੍ਰੇਸ਼ਨ ਦੇ ਅੰਡਰ ਜਿਹੜਾ ਹੈਗਾ ਉਹ ਰਜਿਸਟਰਡ ਹੋਣਾ ਪੈਂਦਾ। ਜਿਹੜਾ ਉਹਦਾ ਆਡਿਟ ਆ ਉਹ ਕਰੀਬ 4 ਤੋਂ ਲੈ ਕੇ 5 ਸਾਲ ਬਾਅਦ ਸ਼ੁਰੂ ਹੁੰਦਾ, ਕਿਉਂਕਿ ਉਹਦਾ ਕਾਰਨ ਇਹ ਹੈ ਕਿ ਪਿਛਲੇ 3 ਸਾਲ ਦਾ ਆਡਿਟ ਹੋਣਾ, ਉਹਦੇ ਵਿੱਚ ਵੀ ਇੱਕ ਮਾਈਲੇਜ ਦਾ ਸਿਸਟਮ ਹੁੰਦਾ ਕਿ ਜਦੋਂ ਅਸੀਂ ਮਾਈਲੇਜ ਪਾਉਨੇ ਆ ਆਪਣੀ ਪਲੇਟਾਂ ਦੀ ਰਿਨਿਊਅਲ ਦੇ ਵੇਲੇ ਤਾਂ ਉਹ 2 ਸਾਲ ਪਿਛਲੇ ਸਾਲਾਂ ਦੀ ਮਾਈਲੇਜ ਪੈਂਦੀ ਹੈ। ਜਦੋਂ 2 ਸਾਲ ਪਿਛਲੇ ਸਾਲਾਂ ਦੀ ਉਹ ਮਾਈਲੇਜ ਪੈਂਦੀ ਹੈ ਤਾਂ ਕਰੀਬ ਜਿਹੜਾ ਉਹਦਾ ਪਹਿਲਾ ਆਡਿਟ ਹੈ ਉਹਦੇ ਆਉਣ ਦੇ ਚਾਂਸ ਜਿਹੜੇ ਆ ਉਹ 5 ਸਾਲ ਬਾਅਦ ਆਡਿਟ ਜਿਹੜੇ ਆ ਉਹਦੇ ਚਾਂਸ ਹੁੰਦੇ ਆ। ਸੋ 5 ਸਾਲ ਤੋਂ ਪਹਿਲਾਂ ਉਹਦੇ ਚਾਂਸ ਬਣਦੇ ਨਹੀਂ ਆ ਆਡਿਟ ਹੋਣ ਦੇ। ਜਨਰਲੀ ਉਹ 4 ਜਾਂ 5 ਸਾਲ ਤੋਂ ਬਾਅਦ ਆਡਿਟ ਉਹ ਕਦੀ ਵੀ ਹੋ ਸਕਦਾ। ਉਸ ਤੋਂ ਇਲਾਵਾ ਸਾਡੇ ਜਿਹੜਾ ਪਰਮਿਟ ਇਫਟਾ, ਜਿਹਦੇ ਬਾਰੇ ਅਸੀਂ ਪਹਿਲਾਂ ਪਰਮਿਟਾਂ ਦੇ ਦੌਰਾਨ ਗੱਲ ਕੀਤੀ ਸੀ, ਇਫਟਾ ਪਰਮਿਟ ਜਿਹੜਾ IFTA ਇੰਟਰਨੈਸ਼ਨਲ ਫਿਊਲ ਟੈਕਸ ਐਗਰੀਮੈਂਟ, ਉਹਦੇ ਵਿੱਚ ਕਾਫੀ ਸਾਰੇ ਆਡਿਟ ਦੇ ਚਾਂਸ ਹੁੰਦੇ ਆ। ਉਹ ਕਿ ਤੁਸੀਂ ਬੇਸਿਕਲੀ ਅਸੀਂ ਇਹ ਪ੍ਰੂਵ ਕਰਨਾ ਹੁੰਦਾ ਕਿ ਜਿਹੜਾ ਅਸੀਂ ਫਿਊਲ ਔਰ ਮਾਈਲੇਜ ਦੀ ਜਿਹੜੀ ਰੇਸ਼ੋ ਆ ਜਾਂ ਫਿਊਲ ਔਰ ਮਾਈਲੇਜ ਦਾ ਜਿਹੜਾ ਅਸੀਂ ਰਿਪੋਰਟਿੰਗ ਕੀਤੀ ਹੈਗੀ ਆ ਆਪਣੇ ਨੂੰ ਡਿਪਾਰਟਮੈਂਟ ਆਫ ਬੋਰਡ ਆਫ ਇਕੁਲਾਈਜੇਸ਼ਨ ਨੂੰ, ਉਹ ਕੀ ਸਹੀ ਹੈ। ਜੇਕਰ ਉਹ ਸਹੀ ਹੈ ਤੇ ਉਹਦੇ ਕੀ ਡਾਕੂਮੈਂਟਰੀ ਕੀ ਪ੍ਰੂਫਸ ਹਨ ਸਾਡੇ ਕੋਲ। ਸੋ ਉਹ ਦੂਜਾ ਵੱਡਾ ਆਡਿਟ ਜਿਹੜਾ ਉਹ ਇਫਟਾ ਦਾ ਹੋ ਸਕਦਾ। ਇਸ ਤੋਂ ਇਲਾਵਾ ਜਿਹੜਾ ਟਰੱਕਿੰਗ ਕੰਪਨੀ ਨੂੰ ਅਕਸਰ ਇੱਕ ਹੋਰ ਆਡਿਟ ਦਾ ਸਾਹਮਣਾ ਕਰਨਾ ਪੈਂਦਾ, ਪਰ ਫਿਰ ਵੀ ਉਹ ਟਰੱਕਿੰਗ ਨਾਲ ਰਿਲੇਟਡ ਤਾਂ ਨਹੀਂ ਹੈ, ਉਹ ਕਿਸੇ ਵੀ ਡਿਪਾਰਟਮੈਂਟ ਵਿੱਚ ਹੋ ਸਕਦਾ, ਪਰ ਟਰੱਕਿੰਗ ਨੂੰ ਖਾਸ ਕਰਕੇ ਇਹ ਆਡਿਟ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹਦੀ ਵਾਇਲੇਸ਼ਨ ਜਿਹੜੀ ਹੈਗੀ, ਉਸ ਰੂਲ ਦੀ ਵਾਇਲੇਸ਼ਨ ਜਿਹੜੀ ਹੈ ਉਹ ਟਰੱਕਿੰਗ ਕੰਪਨੀਆਂ ਦੇ ਮਾਮਲੇ ਵਿੱਚ ਕੰਪੈਰੀਟਿਵਲੀ ਬਹੁਤ ਜ਼ਿਆਦਾ ਹੁੰਦੀ ਹੈ। ਸੋ ਕਿਉਂਕਿ ਸਾਡੇ ਜਿਹੜਾ ਕੋਈ ਵੀ EMPLOYEE ਹੈ ਕੈਲੀਫੋਰਨੀਆ ਸਟੇਟ ਦੇ ਵਿੱਚ, ਜਿਹੜਾ ਆਪਣੇ ਮਾਲਕ ਦੀ ਜਾਂ ਜਿਹੜਾ ਆਪਣੇ EMPLOYER ਦੀ ਕਹਿ ਲਓ ਕਿ ਗਾਈਡੈਂਸ ਤੇ ਚੱਲਦਾ ਹੈ, ਉਹ ਬਾਏ ਲਾਅ EMPLOYEE ਹੁੰਦਾ ਹੈ, ਉਹ ਕੰਟਰੈਕਟਰ ਨਹੀਂ ਹੁੰਦਾ। ਸੋ ਬਾਏ ਲਾਅ ਉਹ EMPLOYEE ਹੋਣ ਦੇ ਕਾਰਨ ਉਹਦਾ ਜਿਹੜਾ ਪ੍ਰੋਪਰ ਫਾਰਮ ਬਣਦਾ ਉਹ W2 ਬਣਦਾ, ਜਿਹਦੇ ਵਿੱਚ EMPLOYER ਨੇ ਟੈਕਸ ਜਿਹੜਾ ਵਿਦਹੋਲਡ ਕਰਕੇ ਆਪਣੇ ਕੋਲ, ਉਹ ਇੱਕ EMPLOYER ਦੀ ਡਿਊਟੀ ਬਣਦੀ ਹੈ ਕਿ ਉਹਨੇ ਉਹਦੇ ਟੈਕਸ ਜਿਹੜੇ ਬਣਦੇ ਟੈਕਸ ਕੱਟ ਕੇ ਉਹਦੀ ਤਨਖਾਹ ਦੇ ਵਿੱਚੋਂ, ਔਰ ਜਿਹੜੇ ਉਹਦੇ ਆਪਣੇ ਟੈਕਸ ਬਣਦੇ ਆ EMPLOYER ਦੇ ਜਾਂ ਕੈਰੀਅਰ ਦੇ, ਉਹਨਾਂ ਨੇ ਆਪਣੇ ਟੈਕਸ ਇਕੱਠੇ ਕਰਕੇ ਤੇ IRS ਨੂੰ ਜਾਂ ਸਟੇਟ ਨੂੰ ਭੇਜਣੇ ਹੁੰਦੇ ਆ। ਟਰੱਕਿੰਗ ਦੇ ਵਿੱਚ ਇਹ ਪ੍ਰੈਕਟਿਸ ਜਿਹੜੀ ਆ ਬਹੁਤ ਬੁਰੀ ਤਰ੍ਹਾਂ ਵਾਇਲੇਟ ਹੁੰਦੀ ਹੈ, ਔਰ ਜਿਹੜੇ ਡਰਾਈਵਰਸ ਆ ਜਿਹੜੇ ਕਿ W2 ਤੇ ਆਈਡੀਅਲੀ ਚਾਹੀਦੇ ਆ, ਉਹ ਸਾਡੀ ਖਾਸ ਕਰਕੇ ਆਪਣੀ ਭਾਈਚਾਰੇ ਦੇ ਵਿੱਚ, ਪੰਜਾਬੀ ਭਾਈਚਾਰੇ ਦੇ ਵਿੱਚ ਜਿਹੜਾ ਉਹਦਾ ਕਹਿ ਲਓ ਕਿ ਵਾਇਲੇਸ਼ਨ ਬਹੁਤ ਬੁਰੀ ਤਰ੍ਹਾਂ ਕੀਤੀ ਜਾਂਦੀ ਹੈ। 90% ਜਿਹੜੀਆਂ ਕੰਪਨੀਆਂ ਜਾਂ ਕਹਿ ਲਓ ਕਿ 80-85% ਤੋਂ ਉੱਪਰ ਕੰਪਨੀ ਜਿਹੜੀਆਂ ਹੈਗੀਆਂ ਉਹ ਹਾਲੇ ਵੀ ਡਰਾਈਵਰਸ ਨੂੰ ਡਰਾਈਵਰ ਨਾ ਮੰਨ ਕੇ ਕੰਟਰੈਕਟਰ ਦੀ ਕੈਟਾਗਰੀ ਵਿੱਚ ਪਾਉਂਦੀਆਂ। ਜਦੋਂ ਕੰਟਰੈਕਟਰ ਦੀ ਕੈਟਾਗਰੀ ਪਾਉਂਦਾ ਆ ਤਾਂ ਉਹ 1099 ਦਿੱਤਾ ਜਾਂਦਾ, ਜਿਹੜਾ ਕਿ ਬਾਏ ਲਾਅ ਗਲਤ ਹੈ। ਸੋ ਡਰਾਈਵਰ ਦੇ ਮਾਮਲੇ ਵਿੱਚ ਜਦੋਂ ਅਸੀਂ ਉਹ ਗਲਤ ਪ੍ਰੈਕਟਿਸ ਯੂਜ਼ ਕਰਦੇ ਹਾਂ, ਅਸੀਂ ਉਹਨੂੰ 1090 ਦੇਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਦਿੰਨੇ ਆ, ਤਾਂ ਉਸ ਕੇਸ ਵਿੱਚ ਸਾਡਾ ਆਡਿਟ ਜਿਹੜਾ ਉਹ ਅਕਸਰ ਹੋ ਜਾਂਦਾ। ਔਰ ਜਦੋਂ ਉਹ ਆਡਿਟ ਹੁੰਦਾ ਤੇ ਉਹਦੀ ਜਿਹੜੀ ਪੈਨਲਟੀ ਹੈਗੀ ਆ ਉਹ ਕਈ ਵਾਰੀ ਨੌਨ ਇਮੈਜਿਨਰੀ ਹੋ ਜਾਂਦੀ ਆ, ਜਿਹਨੂੰ ਤੁਸੀਂ ਕਿਆਸ ਵੀ ਨਹੀਂ ਕਰ ਸਕਦੇ। 5-6 ਡਰਾਈਵਰਸ ਵਾਲੀ ਕੰਪਨੀ ਨੂੰ ਵੀ 1.5 ਲੱਖ ਤੋਂ ਲੈ ਕੇ 2-2 ਲੱਖ ਡਾਲਰ ਤੱਕ ਦੀ ਜਿਹੜਾ ਉਹਦਾ ਪੈਨਲਟੀ ਪੈ ਸਕਦੀ ਹੈ। ਔਰ ਫਿਰ ਉਹਦਾ ਜਿਹੜਾ ਪ੍ਰੋਸੀਜਰ ਹੈਗਾ ਉਹ ਬੜਾ ਲੰਬਾ ਤੇ ਇੱਕ ਬੜਾ ਪੇਨਫੁਲ ਹੁੰਦਾ, ਕਿਉਂਕਿ ਉਹ ਜਿਹੜਾ ਆਡਿਟ ਆ ਉਹ ਕਈ ਵਾਰੀ 3-3 ਸਾਲ ਤੱਕ ਚੱਲਦਾ ਰਹਿੰਦਾ, ਤੁਹਾਨੂੰ 3-3 ਸਾਲ ਤੱਕ ਪੇਪਰ ਵਰਕ ਦਾ ਉਹਦੀ ਜਿਹੜਾ ਪ੍ਰੋਵਾਈਡ ਕਰਨਾ ਪੈਂਦਾ। ਸੋ ਕਹਿਣ ਦਾ ਭਾਵ ਆ ਕਿ ਜਿਹੜਾ EDD ਦਾ ਆਡਿਟ ਹੈ ਇਹ ਬੜਾ ਹੀ ਕਹਿ ਲਓ ਕਿ ਬੜਾ ਪੇਨਫੁਲ ਔਰ ਬੜਾ ਮਹਿੰਗਾ ਆਡਿਟ ਹੈਗਾ। ਉਸ ਤੋਂ ਬਾਅਦ ਜਿਹੜਾ ਇੱਕ ਲਾਸਟ ਆਡਿਟ ਮੈਂ ਦੱਸਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਜਾਂ ਆਪਣੇ ਸੁਣਨ ਵਾਲਿਆਂ ਨੂੰ ਜਾਂ ਟਰੱਕਰਸ ਨੂੰ,
ਉਹ ਹੈਗਾ ਟੈਕਸ ਜੀ ਐਗਜ਼ੈਂਪਸ਼ਨ ਦਾ। ਜਦੋਂ ਅਸੀਂ ਕਿਤੇ ਟੈਕਸ ਐਗਜ਼ੈਂਪਸ਼ਨ ਦਾ ਕਵਰ ਕਰਾਂਗੇ ਤਾਂ ਉਹਦੇ ਵਿੱਚ ਮੈਂ ਉਹਦੀ ਡਿਟੇਲ ਵਿੱਚ ਗੱਲ ਕਰਾਂਗਾ, ਪਰ ਮੈਂ ਹੁਣ ਮੋਟੇ ਰੂਪ ਵਿੱਚ ਟੂਕ ਮਾਤਰ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਟੈਕਸ ਐਗਜ਼ੈਂਪਸ਼ਨ ਦਾ ਆਡਿਟ, ਜਿਹੜੇ ਲੋਕ ਆਪਣੇ ਵਹੀਕਲ ਵਾਸਤੇ ਟੈਕਸ ਐਗਜ਼ੈਂਪਟ ਕਰਾਉਂਦੇ ਹਨ ਕੈਲੀਫੋਰਨੀਆ ਸਟੇਟ ਤੋਂ, ਉਹਨਾਂ ਦਾ ਆਡਿਟ ਜੀ ਵੀ ਹੁੰਦਾ। ਉਹ ਕਿਉਂ ਹੁੰਦਾ, ਕਿੱਦਾਂ ਹੁੰਦਾ, ਜਦੋਂ ਅਸੀਂ ਟੈਕਸ ਐਗਜ਼ੈਂਪਸ਼ਨ ਦੀ ਗੱਲ ਕਰਾਂਗੇ ਆਪਾਂ ਉਹਦੇ ਵਿੱਚ ਜ਼ਰੂਰ ਇਸ ਮੁੱਦੇ ਨੂੰ ਜਾਂ ਇਸ ਟੌਪਿਕ ਨੂੰ ਕਵਰ ਕਰਾਂਗੇ। ਪਰ ਮੋਟੇ ਰੂਪ ਵਿੱਚ ਉਹ ਵੀ ਇੱਕ ਆਡਿਟ ਹੈ, ਪਰ ਉਹ ਸਾਰੀਆਂ ਟਰੱਕਿੰਗ ਕੰਪਨੀਆਂ ਵਾਸਤੇ ਨਹੀਂ ਲਾਗੂ ਹੁੰਦਾ। ਜਿਹੜੇ ਲੋਕ ਟੈਕਸ ਐਗਜ਼ੈਂਪਟ ਆਪਣੇ ਵਹੀਕਲ ਨੂੰ ਕਰਾਉਂਦੇ ਹਨ ਉਹਨਾਂ ਦਾ ਹੀ ਉਹ ਆਡਿਟ ਹੋ ਸਕਦਾ, ਔਰ ਉਹਦੇ ਕਿੰਨੇ % ਚਾਂਸ ਆ, ਇਹ ਸਾਰਾ ਅਸੀਂ ਉਦੋਂ ਡਿਟੇਲ ਵਿੱਚ ਗੱਲ ਕਰਾਂਗੇ। ਪਰ ਉਹ ਵੀ ਇੱਕ ਆਡਿਟ ਜਿਹੜਾ ਹੈ ਉਹ ਟਰੱਕਿੰਗ ਕੰਪਨੀਆਂ ਨੂੰ ਉਹਦਾ ਸਾਹਮਣਾ ਕਰਨਾ ਪੈਂਦਾ। ਠੀਕ ਹੈ ਟਾਣਾ ਸਾਹਿਬ, ਇਹ ਤਾਂ ਤੁਸੀਂ ਬਹੁਤ ਤਫਸੀਲਾਂ ਤੁਸੀਂ ਦੱਸਿਆ, ਪਰ ਇਹਨਾਂ ਸਾਰੇ ਆਡਿਟ ਬਾਰੇ ਕੰਪਨੀ ਮਾਲਕਾਂ ਨੂੰ ਕਿਸ ਤਰ੍ਹਾਂ ਦੀਆਂ, ਜੇਕਰ ਸਾਵਧਾਨੀਆਂ ਦੀ ਗੱਲ ਕਰੀ ਜਾਂ ਫਿਰ ਇਹਤਿਆਤ ਦੀ ਗੱਲ ਕਰੀ, ਤਾਂ ਕਿਸ ਤਰ੍ਹਾਂ ਵਰਤਣੀਆਂ ਜ਼ਰੂਰੀ ਨੇ ਤਾਂ ਜੋ ਉਹਨਾਂ ਦੇ ਕੰਮ ਵਿੱਚ ਕੋਈ ਰੁਕਾਵਟ ਨਾ ਹੋਵੇ ਅਤੇ ਫਿਰ ਬੜੇ ਸੌਖੇ ਤਰੀਕੇ ਨਾਲ ਉਹ ਆਪਣਾ ਕੰਮ ਵਧੀਆ ਤਰੀਕੇ ਨਾਲ ਹਰ ਰੋਜ਼ ਕਰ ਸਕਣ? ਭੁਪਿੰਦਰ ਸਿੰਘ ਜੀ, ਬਿਲਕੁਲ ਤੁਹਾਡਾ ਬੜਾ ਵਾਜਿਬ ਸਵਾਲ ਹੈ। ਉਹਦਾ ਕਾਰਨ ਇਹ ਹੈਗਾ ਕਿ ਬਹੁਤਾਤ ਆਡਿਟ ਜਿਹੜੇ ਹਨ, ਖਾਸ ਕਰਕੇ ਜਿਹੜਾ IRP ਦਾ ਆਡਿਟ ਹੈ ਔਰ ਜਿਹੜਾ IFTA ਦਾ ਆਡਿਟ ਹੈ, ਜਿਹੜਾ ਅਸੀਂ ਫਿਊਲ ਟੈਕਸ ਬਾਰੇ ਜਿਹੜਾ ਆਡਿਟ ਅਸੀਂ ਕਹਿੰਦੇ ਹਾਂ, ਦੇਖੋ ਉਹਨੂੰ ਮੈਂ ਤਾਂ ਉਹਨੂੰ ਆਡਿਟ ਮੰਨਦਾ ਹੀ ਨਹੀਂ ਹਾਂ। ਉਹਦਾ ਕਾਰਨ ਇਹ ਹੈ ਕਿ ਉਹਦੇ ਵਿੱਚ ਐਜ਼ ਇਟ ਇਜ਼ ਆਡਿਟ ਵਾਲੀ ਕੋਈ ਖਾਸ ਗੱਲ ਨਹੀਂ ਹੁੰਦੀ। ਉਹ ਸਿਰਫ ਪੇਪਰ ਵਰਕ ਤੁਸੀਂ ਸੰਭਾਲ ਕੇ ਰੱਖਣਾ ਹੁੰਦਾ। ਕੀ ਹੈ ਕਿ ਤੁਸੀਂ DMV ਨੂੰ ਪਹਿਲਾਂ ਆਪ, ਜਿਵੇਂ ਮੈਂ ਮਿਸਾਲ ਦੇ ਤੌਰ ਤੇ IRP ਆਡਿਟ ਦੀ ਗੱਲ ਕਰਾਂ, ਲਾਇਸੈਂਸ ਪਲੇਟਾਂ ਦੇ ਆਡਿਟ ਦੀ ਜਾਂ DMV ਦੇ ਆਡਿਟ ਦੀ ਜਿਹਨੂੰ ਅਸੀਂ ਗੱਲ ਕਹਿੰਦੇ ਆ, ਮੈਂ ਕਰਾਂ, ਉਹਦੇ ਵਿੱਚ ਤੁਸੀਂ ਜਦੋਂ ਆਪਣੀਆਂ ਲਾਇਸੈਂਸ ਪਲੇਟਸ ਰਿਨਿਊ ਕਰਵਾਉਂਦੇ ਹੋ ਤਾਂ ਤੁਸੀਂ ਬਕਾਇਦਾ ਆਪਣੀਆਂ ਮਾਈਲੇਜ ਡਿਕਲੇਅਰ ਕਰਦੇ ਹੋ ਕਿ ਮੈਂ ਇਸ ਪੀਰੀਅਡ ਤੋਂ ਲੈ ਕੇ ਜਿਹੜਾ ਵੀ ਡੈਜ਼ਿਗਨੇਟ ਪੀਰੀਅਡ ਹੁੰਦਾ ਉਹਦੇ ਵਿੱਚ ਤੁਸੀਂ ਬਕਾਇਦਾ ਡਿਕਲੇਅਰ ਕਰਦੇ ਹੋ ਕਿ ਮੈਂ ਭਾਈ ਇਸ ਕੁਆਟਰ ਦੇ ਵਿੱਚ ਜਾਂ ਇਸ ਸਾਲ ਦੇ ਵਿੱਚ ਜਾਂ ਇੰਨੇ ਪੀਰੀਅਡ ਤੋਂ ਲੈ ਕੇ ਇੰਨੇ ਪੀਰੀਅਡ ਤੱਕ ਕੈਲੀਫੋਰਨੀਆ ਵਿੱਚ ਜਿਹੜੇ ਮੇਰੇ ਟੋਟਲ ਟਰੱਕ ਹੈ ਉਹ ਇੰਨੇ ਮਾਈਲੇਜ ਚੱਲੇ ਆ, ਐਰੀਜ਼ੋਨਾ ਵਿੱਚ ਇੰਨੇ ਮਾਈਲੇਜ ਚੱਲੇ ਆ, ਫਲੋਰੀਡਾ ਵਿੱਚ ਇੰਨੇ ਮਾਈਲੇਜ ਚੱਲੇ ਆ, ਨਿਵਾਡਾ ਵਿੱਚ ਇੰਨੇ ਮਾਈਲੇਜ ਗਏ ਆ, ਓਰੇਗਨ ਚ ਇੰਨੇ ਮਾਈਲੇਜ ਗਏ ਆ। ਜਦੋਂ ਅਸੀਂ ਆਪ ਕਿਸੇ ਚੀਜ਼ ਨੂੰ ਡਿਕਲੇਅਰ ਕਰਦੇ ਹਾਂ ਕਿ ਮੈਂ ਇੰਨੀ ਮਾਈਲ ਇਸ ਸਟੇਟ ਵਿੱਚ ਇਸ ਫਲਾਨੇ ਪੀਰੀਅਡ ਦੇ ਵਿੱਚ ਚਲਾਇਆ, ਤਾਂ ਆਬਵੀਅਸਲੀ ਅਸੀਂ ਉਵੇਂ ਹੀ ਇਹ ਗੱਲ ਨਹੀਂ ਕਹਿ ਸਕਦੇ। ਸਾਡੇ ਕੋਲ ਕੋਈ ਬਕਾਇਦਾ ਰੈਕਡ ਹੋਣਾ ਚਾਹੀਦਾ। ਉਹ ਰੈਕਡ ਕੀ ਹੈ, ਉਹ ਅਸੀਂ ਰੈਕਡ ਕਿਵੇਂ ਰੱਖਦੇ ਹਾਂ, ਇਹ ਇੱਕ ਬਹੁਤ ਹੀ ਜ਼ਰੂਰੀ ਚੀਜ਼ ਹੈ। ਮਿਸਾਲ ਦੇ ਤੌਰ ਤੇ ਅਗਰ ਮੈਂ ਕਹਿੰਦਾ ਕਿ ਕੈਲੀਫੋਰਨੀਆ ਦੇ ਵਿੱਚ ਅਸੀਂ ਇੰਨਾ ਰੈਕਡ ਮੈਂ ਜਿਹੜਾ ਕਹ ਲਓ ਕਿ ਮੇਰੀਆਂ ਇੰਨੇ ਮਾਈਲੇਜ ਟਰੱਕ ਚੱਲਿਆ, ਤੇ ਉਹਦਾ ਬੇਸ ਕੀ ਹੈ, ਉਹ ਗੱਲ ਕਹਿਣ ਦਾ ਮਕਸਦ ਕੀ ਹੈ, ਉਹ ਗੱਲ ਕਹਿਣ ਦਾ ਸਾਡੇ ਕੋਲ ਕੀ ਇੱਕ ਕਹ ਲਓ ਕਿ ਸਾਡੇ ਕੋਲ ਕੀ ਡਾਕੂਮੈਂਟੇਸ਼ਨ ਹੈਗੀ ਆ ਉਹ ਗੱਲ ਕਹਿਣ ਦੀ। ਕੀ ਅਸੀਂ ਆਪਣੀ ਉਹ ਡਾਕੂਮੈਂਟੇਸ਼ਨ ਪ੍ਰੋਪਰ ਸੰਭਾਲ ਕੇ ਰੱਖੀ ਆ, ਕੀ ਅਸੀਂ ਲੌਗ ਬੁੱਕਸ ਆਪਣੀਆਂ ਸੰਭਾਲ ਕੇ ਰੱਖੀਆਂ, ਕੀ ਅਸੀਂ ਜਿਵੇਂ ਹੁਣ ELD ਆ ਚੁੱਕੀ ਆ, ਕੀ ਸਾਡੇ ਕੋਲ ELD ਦਾ ਰੈਕਡ ਹੈ ਜਾਂ ਨਹੀਂ ਹੈ। ਸੋ ਉਹਨਾਂ ਨੇ ਜੋ ਵੀ ਤੁਸੀਂ ਰੈਕਡ ਰੱਖਦੇ ਹੋ, ਜਿਸ ਰੈਕਡ ਤੋਂ ਤੁਸੀਂ ਇਹ ਗੱਲ ਕੱਢ ਕੇ ਕੈਲਕੂਲੇਸ਼ਨ ਕਰਕੇ ਆਪਣੇ IRP ਡਿਪਾਰਟਮੈਂਟ ਨੂੰ ਜਾਂ DMV ਨੂੰ ਭੇਜਦੇ ਹੋ ਜੀ, ਉਹ ਕੀ ਰੈਕਡ ਤੁਸੀਂ ਸੇਵ ਕਰਕੇ ਰੱਖਦੇ ਹੋ ਜਾਂ ਤੁਸੀਂ ਉਵੇਂ ਹੀ ਤੁੱਕਾ ਹੀ ਮਾਰਦੇ ਹੋ, ਜਾਂ ਤੁਸੀਂ ਐਵੇਂ ਹਵਾ ਦੇ ਵਿੱਚੋਂ ਹੀ ਮੀਲਾਂ ਲਾ ਕੇ ਕਿ ਕੋਈ ਨਹੀਂ ਭਾਈ ਸਾਹਿਬ ਜੀ ਭਰ ਦਿਓ ਫਲਾਨੀਆਂ ਇੰਨੀਆਂ ਕੁ ਮੀਲਾਂ ਭਰ ਦਿਓ। ਸੋ ਜਦੋਂ ਤੁਸੀਂ ਇੰਨੀਆਂ ਕੁ ਮੀਲਾਂ ਭਰ ਦਿਓ ਕਹਿੰਦੇ ਹੋ, ਤੇ ਓਬਵੀਅਸਲੀ ਆ ਕਿ ਤੁਹਾਡੇ ਲਈ ਜਿਹੜਾ ਆਡਿਟ ਕਰਵਾਉਣਾ ਉਹ ਬੜਾ ਮੁਸ਼ਕਲ ਹੋ ਸਕਦਾ ਹੈ। ਸੋ ਮੇਰੀ ਬੇਨਤੀ ਹਮੇਸ਼ਾ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਮਾਈਲੇਜ, ਐਕਚੁਅਲੀ ਤੁਸੀਂ ਦੇਖੋ ਮਾਈਲੇਜ ਚੱਲੇ ਆ, ਇਹ 'ਚ ਕੋਈ ਸ਼ੱਕ ਨਹੀਂ ਕਿ ਤੁਸੀਂ ਟਰੱਕ ਚਲਾਇਆ, ਪਰ ਉਹ ਟਰੱਕ ਕਿੰਨਾ ਚਲਾਇਆ, ਕਿਵੇਂ ਚਲਾਇਆ, ਉਹ ਕਿਹੜੇ ਕਿਹੜੇ ਡਾਕੂਮੈਂਟ ਆ, ਚਾਹੇ ਉਹ ਤੁਹਾਡੀ ਲੌਗ ਬੁੱਕ ਹੈ, ਚਾਹੇ ਤੁਹਾਡੇ ਉਹ ਬਿੱਲ ਆਫ ਲੀਡਿੰਗ ਹੈ, ਚਾਹੇ ਤੁਹਾਡੀਆਂ ਉਹ ਲੋਡ ਦੀਆਂ ਕਨਫਰਮੇਸ਼ਨ ਹੈ, ਚਾਹੇ ਤੁਹਾਡਾ ਉਹ ELD ਦਾ ਰੈਕਡ ਹੈ, ਚਾਹੇ ਉਹ ਤੁਹਾਡਾ ਡੀਜ਼ਲ ਦਾ ਰੈਕਡ ਹੈ, ਜਿਹੜਾ ਕਿ ਤੁਹਾਡੇ ਉਸ ਡਿਕਲੇਅਰ ਕੀਤੇ ਗਏ ਰੈਕਡ ਨੂੰ ਪ੍ਰੂਵ ਕਰ ਸਕੇ ਕਿ ਭਾਈ ਜੇਕਰ ਤੁਸੀਂ ਇਹ ਗੱਲ ਪ੍ਰੂਵ ਕਰਦੇ ਹੋ ਕਿ ਮੈਂ ਓਰੇਗਨ ਇੰਨੀਆਂ ਮੀਲਾਂ 'ਚ ਗਿਆ ਔਰ ਮੈਂ ਵਾਸ਼ਿੰਗਟਨ 'ਚ ਇੰਨੀਆਂ ਮੀਲਾਂ ਗਿਆ, ਕੀ ਤੁਸੀਂ ਜਦੋਂ ਗਏ ਆ ਉੱਥੋਂ ਡੀਜ਼ਲ ਪਵਾਇਆ? ਜੇਕਰ ਡੀਜ਼ਲ ਪਵਾਇਆ ਤਾਂ ਉਹਦੀਆਂ ਰਸੀਦਾਂ ਕਿੱਥੇ ਹਨ? ਜੇਕਰ ਤੁਸੀਂ ਇਸ ਰਾਊਟ ਤੇ ਚੱਲੇ ਹੋ ਤੇ ਓਬਵੀਅਸਲੀ ਤੁਸੀਂ ਕੋਈ ਬਿੱਲ ਆਫ ਲੀਡਿੰਗ ਭਾਵ ਕਿ ਕੋਈ ਡਿਲੀਵਰੀ ਕੀਤੀ ਹੈ, ਜੇਕਰ ਉਹ ਡਿਲੀਵਰੀ ਲੋਡ ਦੀ ਕੀਤੀ ਹੈ, ਓਬਵੀਅਸਲੀ ਤੁਸੀਂ ਲੋਡ ਲੈ ਕੇ ਗਏ ਹੋ, ਜੇਕਰ ਲੋਡ ਲੈ ਕੇ ਗਏ ਹੋ ਤਾਂ ਲੋਡ ਦੇ ਪੇਪਰ ਵਰਕ ਕਿੱਥੇ ਹੈ?
ਸੋ ਉਸ ਪੇਪਰ ਵਰਕ ਨੂੰ ਸੰਭਾਲ ਕੇ ਰੱਖਣਾ, ਟ੍ਰਿਪ ਵਾਈਜ਼ ਉਸ ਪੇਪਰ ਵਰਕ ਨੂੰ ਸੰਭਾਲ ਕੇ ਰੱਖਣਾ, ਤੇ ਤੁਸੀਂ ਮਾਈਲੇਜ ਕੱਢਣ ਵਾਸਤੇ ਤਰੀਕਾ ਅਪਣਾਇਆ। ਕੀ ਤੁਸੀਂ ਓਡੋਮੀਟਰ ਰੀਡਿੰਗ ਨੂੰ ਫੋਲੋ ਕਰਦੇ ਹੋ, ਕੀ ਤੁਸੀਂ ELD ਦੀ ਮਾਈਲੇਜ ਨੂੰ ਕਰਦੇ ਹੋ, ਜਾਂ ਤੁਸੀਂ ਸਟੇਟ ਮਾਈਲੇਜ ਜਿਹੜੀਆਂ ਆਪਣੀਆਂ ਗੂਗਲ ਦੇ ਉੱਤੇ ਜਾਂ ਤੁਹਾਡੀਆਂ ਟਰੱਕ ਮਾਈਲ ਤੋਂ ਜਿਹੜੀਆਂ ਤੁਹਾਨੂੰ ਮਿਲਦੀਆਂ ਹਨ, ਕੀ ਤੁਸੀਂ ਉਹਨਾਂ ਨੂੰ ਫੋਲੋ ਕਰਦੇ ਹੋ? ਜਿਹੜਾ ਵੀ ਮੈਥਡ ਤੁਸੀਂ ਫੋਲੋ ਕਰਦੇ ਹੋ ਉਸ ਮੈਥਡ ਦਾ ਰੈਕਡ ਕੀ? ਸੋ ਇਹ ਸਾਰਾ ਕੁਝ ਜਿਹੜਾ ਤੁਹਾਨੂੰ ਆਪਣੇ ਕੋਲ ਰੈਕਡ ਸੰਭਾਲ ਕੇ ਰੱਖਣਾ ਪੈਂਦਾ। ਇਸੇ ਤਰ੍ਹਾਂ ਜਦੋਂ ਤੁਹਾਡਾ ਇਫਟੇ ਦਾ ਆਡਿਟ ਹੁੰਦਾ ਤੇ ਉਹਦੇ ਵਿੱਚ ਤੁਸੀਂ ਕਿੰਨਾ ਫਿਊਲ ਕਿਹੜੀ ਸਟੇਟ ਚੋਂ ਪਵਾਇਆ ਉਹ ਤੁਹਾਡੇ ਕੋਲ ਬਕਾਇਦਾ ਰੈਕਡ ਚਾਹੀਦਾ, ਕਿਹੜੀਆਂ ਮਾਈਲੇਜ ਤੁਸੀਂ ਚੱਲੇ ਆ ਉਹਦਾ ਰੈਕਡ ਚਾਹੀਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਆਪਣਾ ਤੁਹਾਡੇ ਕੋਲ ਕੋਈ ਸਾਰੇ ਰੈਕਡ ਚਾਹੀਦੇ ਆ। ਔਰ ਇਹ ਰੈਕਡ ਕੋਈ ਇਸ ਤਰ੍ਹਾਂ ਨਹੀਂ ਕਿ ਤੁਸੀਂ ਖਾਸ ਤਰ੍ਹਾਂ ਨਾਲ ਬਣਾਉਣੇ ਹੁੰਦੇ, ਇਹ ਤੁਹਾਡੇ ਕੋਲ ਰੈਕਡ ਆਬਵੀਅਸਲੀ ਹੁੰਦੇ ਆ ਕਿਉਂਕਿ ਤੁਸੀਂ ਇਹਨਾਂ ਰੈਕਡਸ ਤੋਂ ਹੀ ਡਿਕਲੇਅਰ ਕਰਦੇ ਹੋ। ਤੁਸੀਂ ਸਿਰਫ ਇੰਨਾ ਕੰਮ ਕਰਨਾ ਹੈ ਕਿ ਉਹਨਾਂ ਰੈਕਡਸ ਨੂੰ ਸੰਭਾਲ ਕੇ ਰੱਖਣਾ ਹੁੰਦਾ। ਜੀ ਠੀਕ ਹੈ ਟਾਣਾ ਸਾਹਿਬ, ਇਸ ਤੋਂ ਬਾਅਦ ਜੇਕਰ ਹੁਣ ਗੱਲ ਕਰੀਏ ਆਡਿਟ ਤੋਂ ਬਚਣ ਦੀ, ਕਿਉਂਕਿ ਕਈ ਲੋਕ ਹੁੰਦੇ ਨੇ ਜੋ ਕਿ ਆਡਿਟ ਤੋਂ ਆਪਣੇ ਆਪ ਨੂੰ ਬਚਾਉਣਾ ਵੀ ਚਾਹੁੰਦੇ ਨੇ, ਤਾਂ ਕੀ ਉਹਨਾਂ ਨੂੰ ਦੱਸੋਗੇ ਤੁਸੀਂ ਕਿ ਇਹ ਸੰਭਵ ਹੈ ਜਾਂ ਨਹੀਂ ਹੈ? ਦੇਖੋ, ਜਿਹੜੇ ਤਾਂ ਮੈਂਡੇਟਰੀ ਆਡਿਟ ਹਨ ਉਹਨਾਂ ਨੂੰ ਤੁਸੀਂ ਨਾ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੀ ਜਿਹੜੇ ਤੁਹਾਡੇ ਆਡਿਟ ਬਲਿੰਦਰ ਸਿੰਘ ਜੀ ਮੈਂਡੇਟਰੀ ਹਨ, ਫੋਰ ਐਗਜ਼ਾਮਪਲ ਜਿਹੜੇ ਅਸੀਂ DOT ਦੇ ਨਿਊ ਇੰਟਰੈਂਟ ਪ੍ਰੋਗਰਾਮ ਦੀ ਗੱਲ ਕੀਤੀ ਹੈ ਤਾਂ ਉਹ ਪ੍ਰੋਗਰਾਮ ਤੋਂ ਬਚਿਆ ਨਹੀਂ ਜਾ ਸਕਦਾ ਕਿਉਂਕਿ ਉਹ ਮੈਂਡੇਟਰੀ ਆਡਿਟ ਆ। ਵੈਸੇ ਵੀ ਜਿਹੜਾ ਆਡਿਟ ਤੋਂ ਬਚਣਾ ਆ ਇਹ ਕੋਈ ਬਹੁਤ ਰਿਕਮੈਂਡੇਬਲ ਨਹੀਂ। ਮੈਂ ਇਸ ਗੱਲ ਦੇ ਕੋਈ ਸਲਾਹ ਦੇਣੀ ਤੱਕ ਵੱਖਰੀ ਗੱਲ ਆ, ਮੈਂ ਇਸ ਗੱਲ ਦੇ ਵੈਸੇ ਖਿਲਾਫ ਆ ਕਿ ਆਡਿਟ ਤੋਂ ਬਚੇ ਕਿਉਂ ਜਾਵੇ। ਜੇਕਰ ਤੁਸੀਂ ਸਾਰੇ ਕੰਮ ਸਹੀ ਕਰ ਰਹੇ ਹੋ ਤਾਂ ਫਿਰ ਆਡਿਟ ਤੋਂ ਬਚੇ ਕਿਉਂ ਜਾਵੇ। ਸਗੋਂ ਮੈਂ ਇਹਦੇ ਉਲਟ ਕਹਿਣਾ ਹੁੰਦਾ ਕਿ ਤੁਹਾਨੂੰ ਆਡਿਟ ਦੀ ਤਿਆਰੀ ਕਰਨੀ ਹਮੇਸ਼ਾ ਚਾਹੀਦੀ ਹੈ। ਜਦੋਂ ਤੁਸੀਂ ਕੰਪਨੀ 'ਚ ਕੰਮ ਕਰਦੇ ਹੋ ਤਾਂ ਪ੍ਰੈਕਟਿਸ ਰੱਖਣੀ ਚਾਹੀਦੀ ਹੈ ਕਿ ਤੁਸੀਂ ਆਡਿਟ ਤੋਂ ਨਾ ਬਚੋ, ਬਲਕਿ ਆਡਿਟ ਦੀ ਹਰ ਵਕਤ ਤਿਆਰੀ ਰੱਖੋ। ਕਦੀ ਵੀ ਤੁਹਾਨੂੰ ਆਡਿਟ ਤੇ ਅਗਰ ਆਣ ਕੇ ਤੁਹਾਡਾ ਜਿਹੜਾ ਡੋਰ ਹੈ ਉਹ ਨੌਕ ਕੀਤਾ ਜਾਂਦਾ ਪੁਲਿਸ ਅਫਸਰ ਵੱਲੋਂ ਜਾਂ ਕਿਸੇ ਜਿਹੜੇ ਫੈਡਰਲ ਦੇ ਆਫਿਸਰ ਹਨ ਜਾਂ ਕਿਸੇ ਹੋਰ ਡਿਪਾਰਟਮੈਂਟ ਦੇ ਆਫਿਸਰ ਵੱਲੋਂ ਆਣ ਕੇ ਜਦੋਂ ਤੁਹਾਡਾ ਡੋਰ ਨੌਕ ਕੀਤਾ ਜਾਂਦਾ ਤੇ ਹਮੇਸ਼ਾ ਤੁਹਾਡੀ ਤਿਆਰੀ ਚਾਹੀਦੀ ਹੈ। ਪਰ ਜੀ ਕੁਝ ਆਡਿਟ ਹਨ, ਜਿਵੇਂ ਮੈਂ ਗੱਲ ਕੀਤੀ ਸੀ ਕਿ DOT ਦਾ ਆਡਿਟ, DOT ਦੇ ਆਡਿਟ ਦੇ ਵਿੱਚ ਜੇਕਰ ਤੁਹਾਡੀ ਜਿਹੜੀ ਥ੍ਰੈਸ਼ਹੋਲਡ ਜਿਹੜੀ ਹੈਗਾ ਬਾਰ ਹੈਗੀ ਆ, ਅਗਰ ਉਹਨੂੰ ਤੁਸੀਂ ਨਹੀਂ ਕ੍ਰਾਸ ਕਰਦੇ ਤਾਂ ਤੁਹਾਡਾ ਆਡਿਟ ਹੋਣ ਦੇ ਚਾਂਸਸ ਬਹੁਤ ਘਟ ਜਾਂਦੇ ਆ। ਸੋ ਉਸ ਕੇਸ ਦੇ ਵਿੱਚ ਇਹ ਬੜੀ ਸਿਆਣਪ ਵਾਲੀ ਗੱਲ ਹੈ ਕਿ ਤੁਸੀਂ ਆਪਣੀ ਥ੍ਰੈਸ਼ਹੋਲਡ ਬਾਰ ਜਿਹੜੀ ਆ ਉਹਨੂੰ ਕ੍ਰਾਸ ਨਾ ਕਰੋ। ਭਾਵ ਆਪਣੇ ਡਰਾਈਵਰ ਨੂੰ ਬਕਾਇਦਾ ਮੋਨੀਟਰ ਕਰੋ। ਜਿਹੜਾ ਡਰਾਈਵਰ ਤੁਹਾਡਾ ਬਾਰ-ਬਾਰ ਇੱਕ ਤਰ੍ਹਾਂ ਦੀ ਗਲਤੀ ਕਰ ਰਿਹਾ ਜਾਂ ਆਪਣੀ ਗਲਤੀ ਨੂੰ ਰਿਪੀਟ ਕਰਦਾ, ਉਸ ਡਰਾਈਵਰ ਨੂੰ ਤੁਸੀਂ ਰੋਕੋ, ਉਹਦੀ ਬਕਾਇਦਾ ਟ੍ਰੇਨਿੰਗ ਕਰਵਾਓ, ਉਹਨੂੰ ਬਕਾਇਦਾ ਵਾਰਨਿੰਗ ਦਿਓ। ਐਸੇ ਤਰ੍ਹਾਂ ਅਗਰ ਤੁਹਾਡੇ ਟਰੱਕਾਂ ਦੀ ਮੇਨਟੇਨੈਂਸ ਦੇ ਜਿਹੜੇ ਪੁਆਇੰਟਸ ਆ ਉਹ ਤੁਹਾਡੇ ਰੈਕਡ ਵਿੱਚ ਬਾਰ-ਬਾਰ ਕੱਟ ਹੋ ਰਹੇ ਆ, ਤੁਸੀਂ ਫੈਡਰਲ ਮੋਟਰ ਕੈਰੀਅਰ ਦਾ ਰੈਕਡ ਜਿਹੜਾ ਉਹਨੂੰ ਮੰਥਲੀ ਬੇਸਿਸ ਤੇ ਚੈੱਕ ਕਰੋ। ਚੈੱਕ ਕਰਨ ਤੋਂ ਬਾਅਦ ਉਹਦੇ ਵਿੱਚ ਬਕਾਇਦਾ ਕਿ ਡਰਾਈਵਰ ਕਿਹੜੇ ਤਰ੍ਹਾਂ ਦੀਆਂ ਗਲਤੀਆਂ ਵੱਧ ਕਰ ਰਿਹਾ, ਕੀ ਸਾਡੇ ਵਹੀਕਲ ਦੀ ਮੇਨਟੇਨੈਂਸ ਦੀ ਵੱਧ ਪ੍ਰੋਬਲਮ ਆ ਰਹੀ ਹੈ, ਕਿਉਂਕਿ ਉੱਥੇ ਬਕਾਇਦਾ ਫੋਲਡਰਸ ਬਣੇ ਹੁੰਦੇ ਆ ਫੈਡਰਲ ਮੋਟਰ ਕੈਰੀਅਰ ਦੀ ਸਾਈਡ ਦੇ ਉੱਤੇ ਕਿ ਤੁਹਾਡੇ ਡਰਾਈਵਰ ਆਵਰਸ ਆਫ ਸਰਵਿਸ ਭਾਵ ਲੌਗਬੁੱਕ ਚ ਵਾਇਲੇਸ਼ਨ ਵੱਧ ਕਰ ਰਹੇ ਆ, ਤੁਹਾਡੇ ਡਰਾਈਵਰ ਐਕਸੀਡੈਂਟ ਵੱਧ ਕਰ ਰਹੇ ਆ, ਤੁਹਾਡੇ ਡਰਾਈਵਰ ਮੇਨਟੇਨੈਂਸ ਦੇ ਵਿੱਚ ਵੱਧ ਸਾਈਟੇਸ਼ਨਸ ਜਾਂ ਵਾਇਲੇਸ਼ਨਸ ਲੈ ਰਹੇ ਆ, ਜਾਂ ਤੁਹਾਡੇ ਡਰਾਈਵਰ ਔਨ ਦਾ ਰੋਡ ਸੇਫਟੀ ਨਾਲ ਸੰਬੰਧਿਤ ਭਾਵ ਕਿ ਕੋਈ ਓਵਰ ਸਪੀਡਿੰਗ ਵੱਧ ਕਰ ਰਹੇ ਆ, ਜੋ ਟਰਨ ਗਲਤ ਮਾਰ ਰਿਹਾ, ਜਿਹਨੂੰ ਅਸੀਂ ਆਪਣਾ ਔਨ ਰੋਡ ਕਿਸੇ ਤਰ੍ਹਾਂ ਦੀ ਵਾਇਲੇਸ਼ਨ ਕਹਿੰਦੇ ਆ। ਉਹ ਜਿਹੜੀਆਂ ਵਾਇਲੇਸ਼ਨਸ ਹਨ ਜਦੋਂ ਅਸੀਂ ਉਹਨਾਂ ਨੂੰ ਮੋਨੀਟਰ ਕਰਦੇ ਹਾਂ ਤਾਂ ਸਾਡਾ ਇਹ ਫਰਜ਼ ਬਣਦਾ ਕਿ ਸਾਡੀ ਕੰਪਨੀ ਵਿੱਚ ਜਿਹੜੇ ਏਰੀਆ ਕਮਜ਼ੋਰ ਹੈ, ਭਾਵ ਕਿ ਅਗਰ ਸਾਡਾ ਵਹੀਕਲ ਮੇਨਟੇਨੈਂਸ ਏਰੀਆ ਕਮਜ਼ੋਰ ਆ, ਸਾਡੇ ਉੱਥੇ ਪੁਆਇੰਟ ਵੱਧ ਕੱਟੇ ਜਾਂਦੇ ਆ ਤੇ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਜੇਕਰ ਤੁਹਾਡੇ ਕੋਲ ਬਹੁਤ ਪੁਰਾਣੇ ਵਹੀਕਲ ਹਨ, ਜੇਕਰ ਤੁਸੀਂ ਉਹਨਾਂ ਨੂੰ ਰਿਪਲੇਸ ਕਰ ਸਕਦੇ ਹੋ ਤਾਂ ਰਿਪਲੇਸ ਕਰੋ। ਜੇਕਰ ਰਿਪਲੇਸ ਨਹੀਂ ਕਰ ਸਕਦੇ ਤਾਂ ਉਹਨਾਂ ਦੀ ਮੇਨਟੇਨੈਂਸ ਦਾ ਪ੍ਰੋਪਰ ਧਿਆਨ ਦਿਓ। ਉਹਨਾਂ ਦੀ ਜਿਹੜੀ 90 ਡੇ ਇੰਸਪੈਕਸ਼ਨ ਆ ਉਹਨੂੰ ਬਕਾਇਦਾ ਸ਼ਾਪ ਵਿੱਚ ਭੇਜ ਕੇ ਬਾਰ-ਬਾਰ ਕਰਵਾਇਆ ਜਾਵੇ। ਜਿਹੜੀ ਉਹਦੀ ਰੈਗੂਲਰ ਮੇਨਟੇਨੈਂਸਿਸ ਹੈਗੀਆਂ ਜਾਂ ਉਹਨਾਂ ਦੀਆਂ ਪ੍ਰੀਵੈਂਟਿਵ ਮੇਨਟੇਨੈਂਸ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਖਾਸ ਧਿਆਨ ਦਿੱਤਾ ਜਾਵੇ ਕਿ ਜਦੋਂ ਵੀ ਟਰੱਕ ਤੁਹਾਡੇ ਯਾਰਡ ਚ ਆਉਂਦਾ ਉਹਦਾ ਟਾਇਰ ਚੈੱਕ ਕੀਤੇ ਜਾਣ, ਉਹਦੀਆਂ ਬ੍ਰੇਕਸ ਚੈੱਕ ਕੀਤੀਆਂ ਜਾਣ। ਇੱਕ ਵਾਰੀ ਮਕੈਨਿਕ ਨੂੰ ਉਹਦੇ ਟਰੱਕ ਦੇ ਥੱਲੇ ਕਰੀਪਰ ਦੇ ਨਾਲ ਭੇਜ ਕੇ ਉਹਦੇ ਸਾਰੇ ਪਾਈਪਸ ਵਗੈਰਾ, ਉਹਦੀਆਂ ਸਾਰੀਆਂ ਹੋਜ਼ਸ ਵਗੈਰਾ ਚੈੱਕ ਕੀਤੀਆਂ ਨੇ। ਜਿਹੜੀਆਂ ਕਿ ਆਮ ਸਾਡੀਆਂ ਗਲਤੀਆਂ ਹੁੰਦੀਆਂ ਕਿ ਸਾਡੇ ਹੋਜ਼ਸ ਜਿਹੜੀਆਂ ਕਈ ਵਾਰ ਥੱਲੇ ਲਮਕਦੀਆਂ ਹੁੰਦੀਆਂ, ਸਾਡੇ ਹੋਜ਼ਸ ਦੂਜੀ ਹੋਜ਼ ਨਾਲ ਰੱਬ ਕਰਦੀਆਂ ਹੁੰਦੀਆਂ, ਸਾਡੀਆਂ ਬ੍ਰੇਕ ਐਡਜਸਟ ਨਹੀਂ ਹੁੰਦੀਆਂ, ਸਾਡੇ ਜਿਹੜੇ ਬ੍ਰੇਕ ਪਾਰਟਸ ਹੈਗੇ ਆ ਕਈ ਵਾਰੀ ਉਹ ਕਸੇ ਹੁੰਦੇ ਆ ਜ਼ਿਆਦਾ।
ਜਾਂ ਟਾਇਰ ਜਿਹੜੇ ਆ ਕਈ ਵਾਰੀ ਉਹਨਾਂ ਦੀ ਗੁੱਡੀ ਜਿਹੜੀ ਆ ਉਨੀ ਅਲਾਉਬਲ ਜਿੰਨੀ ਚਾਹੀਦੀ ਆ ਉਹ ਤੋਂ ਘੱਟ ਰਹਿ ਜਾਂਦੀ ਆ, ਜਾਂ ਟਾਇਰ ਜਿਹੜੇ ਆ ਉਹਨਾਂ ਦੇ ਹਵਾ ਘੱਟ ਹੁੰਦੀ ਆ। ਸੋ ਇਹ ਬਹੁਤ ਛੋਟੀਆਂ ਛੋਟੀਆਂ ਵਾਇਲੇਸ਼ਨਸ ਹੈਗੀਆਂ। ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਉਹਨਾਂ ਵਾਇਲੇਸ਼ਨ ਨੂੰ ਐਡਰੈਸ ਕਰੀਏ, ਉਹਨਾਂ ਨੂੰ ਬਕਾਇਦਾ ਪ੍ਰੋਪਰ ਉਹਨਾਂ ਜੋ ਵੀ ਉਹਨਾਂ ਦਾ ਪ੍ਰੀਵੈਂਟਿਵ ਮੇਨਟੇਨੈਂਸ ਹੈਗੀ ਆ ਉਹ ਕਰੀਏ, ਤਾਂ ਕਿ ਸਾਡੀ ਜਿਹੜੀ ਥ੍ਰੈਸ਼ਹੋਲਡ ਬਾਰ ਹੈ ਉਹ ਕ੍ਰਾਸ ਨਾ ਹੋਵੇ। ਅਗਰ ਥ੍ਰੈਸ਼ਹੋਲਡ ਬਾਰ ਕ੍ਰਾਸ ਨਹੀਂ ਹੁੰਦੀ ਤਾਂ ਫਿਰ ਸਾਡੇ ਜਿਹੜੇ ਆਡਿਟ ਦੇ ਚਾਂਸਸ ਜਿਹੜੇ ਆ ਉਹ ਬਹੁਤ ਜ਼ਿਆਦਾ ਘਟ ਸਕਦੇ ਆ। ਸੋ ਆਡਿਟ ਤੋਂ ਬਚਿਆ ਨਹੀਂ ਜਾ ਸਕਦਾ, ਉਹਨੂੰ ਮਿਨੀਮਾਈਜ਼ ਜ਼ਰੂਰ ਕੀਤਾ ਜਾ ਸਕਦਾ ਆਪਣੀ ਸਿਆਣਪ ਦੇ ਨਾਲ। ਬਿਲਕੁਲ, ਪਰ ਜਿਵੇਂ ਤੁਸੀਂ ਪਹਿਲਾਂ ਡੀਓਟੀ ਨੰਬਰ ਦੀ ਗੱਲ ਕੀਤੀ ਸੀ, ਹੁਣ ਉਸ ਧਿਆਨ ਦਿਆ ਕਿ ਵਾਰ-ਵਾਰ ਡੀਓਟੀ ਨੰਬਰ ਬੰਦ ਕਰਕੇ ਨਵੀਂ ਕੰਪਨੀ ਖੋਲਣ ਦਾ ਜਿਹੜਾ ਰਿਵਾਜ ਹੈ ਕਦੋਂ ਤੱਕ ਚੱਲਦਾ ਰਹੇਗਾ, ਤੇ ਫਿਰ ਇਸ ਆਦਤ ਦਾ ਜਾਂ ਫਿਰ ਇਸ ਮਾਹੌਲ ਦਾ ਟਰੱਕਿੰਗ ਤੇ ਇਸ ਦੇ ਭਵਿੱਖ ਤੇ ਕਿਸ ਤਰ੍ਹਾਂ ਦਾ ਅਸਰ ਤੁਹਾਨੂੰ ਪੈਂਦਾ ਵਿਖਾਈ ਦੇ ਰਿਹਾ ਹੈ, ਕਿਵੇਂ ਅਸਰ ਪੈ ਰਿਹਾ ਹੈ? ਭੁਪਿੰਦਰ ਸਿੰਘ ਜੀ, ਦੇਖੋ, ਸਭ ਤੋਂ ਵੱਡਾ ਨੁਕਸਾਨ ਤਾਂ ਇਹ ਹੈ ਕਿ ਜਦੋਂ ਅਸੀਂ ਬਾਰ-ਬਾਰ ਟਰੱਕਿੰਗ ਕੰਪਨੀ ਬੰਦ ਕਰਦੇ ਹਾਂ ਤਾਂ ਤੁਹਾਡੀ ਇੰਸ਼ੋਰੈਂਸ ਜਿਹੜੀ ਆ ਉਹ ਬਹੁਤ ਮਹਿੰਗੀ ਹੋ ਜਾਂਦੀ ਹੈ। ਜੇਕਰ ਤੁਸੀਂ ਬਾਏ ਲਾਅ ਚੱਲਦੇ ਹੋ, ਤੁਸੀਂ ਤੁਹਾਡੀਆਂ ਵਾਇਲੇਸ਼ਨਸ ਘੱਟ ਹਨ, ਤੁਹਾਡੀ ਕੰਪਨੀ ਪੁਰਾਣੀ ਹੈ, ਤਾਂ ਤੁਹਾਡੀ ਇੰਸ਼ੋਰੈਂਸ ਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਉਸੇ ਰਾਊਟ ਦੇ ਉੱਤੇ ਸੇਮ ਟਰੱਕ ਵੈਲਿਊਜ਼ ਦੇ ਨਾਲ ਮੈਂ ਇੱਕ ਟਰੱਕਿੰਗ ਕੰਪਨੀ ਦੀ ਅਗਰ 15,000 ਇੰਸ਼ੋਰੈਂਸ ਸਾਲਾਨਾ ਦੇਖਦਾ ਤਾਂ ਦੂਜੀ ਕੰਪਨੀ ਦੀ ਮੈਂ 30,000 ਸਾਲਾਨਾ ਵੀ ਦੇਖਦਾ। ਸੋ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਤੁਸੀਂ $15,000 ਐਕਸਟਰਾ ਅਗਰ ਇੰਸ਼ੋਰੈਂਸ ਪੇ ਕਰ ਦਿੰਦੇ ਹੋ ਆਪਣੀਆਂ ਦੇ ਕਰਕੇ, ਆਪਣੀਆਂ ਵਾਇਲੇਸ਼ਨਸ ਦੇ ਕਰਕੇ, ਆਪਣੀ ਬਾਰ-ਬਾਰ ਡੀਓਟੀ ਨੰਬਰ ਬੰਦ ਕਰਕੇ, ਤਾਂ ਨੈਚੁਰਲੀ ਗੱਲ ਆ ਤੁਸੀਂ 1000 ਤੋਂ ਲੈ ਕੇ $1500 ਤੱਕ ਆਪਣਾ ਇਕੱਲੀ ਇੰਸ਼ੋਰੈਂਸ ਤੇ ਖਰਾਬ ਕਰ ਰਹੇ ਹੋ। ਸੋ ਐਵਰੇਜ ਜਿਹੜਾ ਟਰੱਕ ਆ ਸਾਡੇ ਇੱਥੇ ਉਹ 1500 ਤੋਂ ਲੈ ਕੇ 2000, ਜਦੋਂ ਤੁਸੀਂ ਡਰਾਈਵਰ ਦੀ ਸੈਲਰੀ ਪੇ ਕਰਦੇ ਹੋ, ਸਾਰੇ ਟੈਕਸ ਪੇ ਕਰਦੇ ਹੋ, ਤਾਂ 1500 ਤੋਂ ਲੈ ਕੇ 2000 ਇੱਕ ਐਵਰੇਜ ਟਰੱਕ ਦੀ ਸਾਰੀ ਸਾਲ ਦੀ ਜਿਹੜੀ ਆ ਉਹ ਇਨਕਮ ਹੁੰਦੀ ਆ। ਪਰ ਜੇਕਰ ਤੁਸੀਂ ਉਹਦੇ ਵਿੱਚੋਂ $1000-1200 ਇੰਸ਼ੋਰੈਂਸ ਦਾ ਐਕਸਟਰਾ ਪੇ ਕਰ ਦਿੰਦੇ ਹੋ ਤਾਂ ਤੁਹਾਡੇ ਜਿਹੜੀ ਇਨਕਮ ਦੇ ਚਾਂਸਸ ਆ ਉਹ ਕਾਫੀ ਜ਼ੀਰੋ ਹੋ ਜਾਂਦੇ ਆ, ਜਾਂ ਬਹੁਤ ਹੀ ਮਿਨੀਮਾਈਜ਼ ਹੋ ਜਾਂਦੇ ਆ। ਕੰਪਨੀ ਦੀ ਜਿਹੜੀ ਸਰਵਾਈਵਲ ਆ ਉਹਨੂੰ ਖਤਰਾ ਪੈਦਾ ਹੋ ਜਾਂਦਾ। ਸੋ ਸਭ ਤੋਂ ਪਹਿਲਾ ਨੁਕਸਾਨ ਤਾਂ ਇਹ ਹੈ ਕਿ ਜਦੋਂ ਤੁਸੀਂ ਡੀਓਟੀ 1 ਦੇ ਉੱਤੇ 5-10 ਸਾਲ 20 ਸਾਲ ਲਗਾਤਾਰ ਕੰਪਨੀ ਚਲਾਉਂਦੇ ਹੋ ਤਾਂ ਤੁਹਾਡੀ ਇੱਕ ਪਿੱਛੇ ਹਿਸਟਰੀ ਹੁੰਦੀ ਆ। ਜਦੋਂ ਇੰਸ਼ੋਰੈਂਸ ਕੰਪਨੀ ਤੁਹਾਡੇ ਕੋਲ ਬਕਾਇਦਾ ਤੁਹਾਡੇ ਰਿਨਿਊਅਲ ਵੇਲੇ ਲਾਸ ਰਨ ਦੀ ਡਿਮਾਂਡ ਕਰਦੀ ਆ, ਜੇਕਰ ਤੁਹਾਡੇ ਲਾਸ ਰਨ ਘੱਟ ਆ, ਭਾਵ ਤੁਹਾਡੇ ਪਿਛਲੇ ਸਾਲਾਂ ਵਿੱਚ ਤੁਹਾਡੇ ਨੁਕਸਾਨ ਘੱਟ ਹੋਏ ਆ, ਤੁਹਾਡੀਆਂ ਜਿਹੜੇ ਕਲੇਮਸ ਘੱਟ ਹੈਗੇ ਆ, ਤਾਂ ਤੁਹਾਡੇ ਜਿਹੜੀ ਇੰਸ਼ੋਰੈਂਸ ਦਾ ਉਹ 'ਚ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ। ਪਹਿਲਾ ਨੁਕਸਾਨ ਤਾਂ ਇਹ ਹੈ ਕਿ ਮਾਇਕ ਤੌਰ ਤੇ, ਇਕਨੋਮਿਕਲ ਤੌਰ ਤੇ ਜਿਹੜੀ ਬਾਰ ਨਵੀਂ ਡੀਓਟੀ ਹੈਗੀ ਆ ਉਹਦੀ ਇੰਸ਼ੋਰੈਂਸ ਕੰਪੈਰੀਟਿਵਲੀ ਬਹੁਤ ਮਹਿੰਗੀ ਹੁੰਦੀ ਹੈ। ਨੰਬਰ 2, ਇਹ ਗੱਲ ਪਹਿਲਾਂ ਬਹੁਤ ਆਸਾਨ ਹੁੰਦੀ ਸੀ ਕਿ ਅੱਜ ਇੱਕ ਟਰੱਕਿੰਗ ਕੰਪਨੀ ਬੰਦ ਕੀਤੀ ਔਰ ਦੂਜੀ ਟਰੱਕਿੰਗ ਕੰਪਨੀ ਖੋਲ ਲਈ। ਹੁਣ ਦਿਨਾਂ ਦੇ ਵਿੱਚ ਇਹ ਕੰਮ ਡੇ ਬਾਈ ਡੇ ਔਖਾ ਹੋ ਰਿਹਾ, ਕਿਉਂਕਿ ਹੁਣ ਬਿਨ ਨੰਬਰ ਦੇ ਉੱਤੋਂ ਇਹ ਗੱਲ ਰੈਕਗਨਾਈਜ਼ ਕਰ ਲਈ ਜਾਂਦੀ ਹੈ, ਇਹ ਗੱਲ ਫਾਈਂਡ ਆਊਟ ਕਰ ਲਈ ਜਾਂਦੀ ਹੈ ਕਿ ਇਹ ਟਰੱਕ ਜਿਹੜੇ, ਫੋਰ ਐਗਜ਼ਾਮਪਲ, ਇੱਕ ਕੰਪਨੀ ਨੇ, ਜਾਂ ਮਿਸਾਲ ਦੇ ਤੌਰ ਤੇ ਇੱਕ ਕੰਪਨੀ ਨੇ ਅੱਜ 20 ਟਰੱਕਾਂ ਦੀ ਕੰਪਨੀ ਬੰਦ ਕੀਤੀ ਹੈ, ਨਵੀਂ ਕੰਪਨੀ ਖੋਲੀ ਹੈ, ਤਾਂ ਸਭ ਤੋਂ ਪਹਿਲਾ ਜਿਹੜਾ ਹਰਡਲ ਹੈਗੀ ਹੈ ਉਹ ਇਹ ਹੈ ਕਿ ਜਦੋਂ ਅਸੀਂ 20 ਟਰੱਕਾਂ ਦੇ ਨਾਲ ਨਵੀਂ ਇੰਸ਼ੋਰੈਂਸ ਕੰਪਨੀ ਕੋਲੋਂ ਨਵੀਂ ਡੀਓਟੀ ਦੇ ਅੰਡਰ ਜਦੋਂ ਇੰਸ਼ੋਰੈਂਸ ਲੈਣ ਜਾਂਦੇ ਹਾਂ ਤਾਂ ਸਾਨੂੰ 90% ਕੇਸਾਂ ਵਿੱਚ ਜਿਹੜੀ ਇੰਸ਼ੋਰੈਂਸ ਆ ਉਹ ਹੋ ਜਾਂਦੀ, ਕਿਉਂਕਿ ਇੰਸ਼ੋਰੈਂਸ ਕੰਪਨੀ ਸਮਝਦੀ ਹੈ ਕਿ ਜਿਹੜਾ ਬੰਦਾ 20 ਟਰੱਕਾਂ ਦੇ ਨਾਲ ਨਵੀਂ ਕੰਪਨੀ ਖੋਲ ਰਿਹਾ, ਇਹਦੀ ਕੰਪਨੀ ਪਹਿਲਾਂ ਆਲਰੇਡੀ ਬੰਦ ਹੋ ਚੁੱਕੀ ਹੈ। ਕਿਉਂਕਿ ਨਹੀਂ ਤਾਂ ਨਵੇਂ 20 ਟਰੱਕ ਬਾਏ ਕਰਕੇ ਕੋਈ ਬੰਦਾ ਵੀ ਨਵੀਂ ਕੰਪਨੀ ਖੋਲਣ ਨਹੀਂ ਜਾਂਦਾ। ਜਦੋਂ ਨਵੀਂ ਕੰਪਨੀ ਖੋਲੀ ਜਾਂਦੀ ਹੈ ਉਹ ਇੱਕ ਟਰੱਕ ਨਾਲ ਖੋਲੀ ਜਾਂਦੀ ਹੈ। ਸੋ ਜੇ 20 ਜਾਂ 25 ਜਾਂ 30 ਟਰੱਕਾਂ ਨਾਲ ਆਦਮੀ ਅਗਰ ਨਵੀਂ ਕੰਪਨੀ ਖੋਲਣ ਦੀ ਗੱਲ ਕਰ ਰਿਹਾ, ਤੇ ਇੰਸ਼ੋਰੈਂਸ ਇਸ ਗੱਲ ਨੂੰ ਭਲੀ ਭਾਂਤ ਸਮਝਦੀ ਹੈ ਕਿ ਇਹ ਪੁਰਾਣੀ ਕੰਪਨੀ ਤੋਂ ਬੰਦ ਹੋ ਕੇ ਨਵੀਂ ਕੰਪਨੀ ਖੋਲਣ ਜਾ ਰਹੀ ਹੈ। ਸੋ ਉਸ ਕੇਸ ਦੇ ਵਿੱਚ ਜਾਂ ਤਾਂ ਇੰਸ਼ੋਰੈਂਸ ਡਿਨਾਈ ਕਰ ਦਿੰਦੇ ਆ, ਔਰ ਜਾਂ ਬਹੁਤ ਹੀ ਮਹਿੰਗੀ ਦਿੰਦੇ, ਜਿਹੜੀ ਕਿ ਅਫੋਰਡੇਬਲ ਨਹੀਂ ਹੁੰਦੀ। ਸੋ ਪਹਿਲਾ ਵੱਡਾ ਨੁਕਸਾਨ ਇਹ ਹੈ ਕਿ ਤੁਸੀਂ ਬਿਜ਼ਨਸ ਤੋਂ ਬਾਹਰ ਜਾ ਸਕਦੇ ਹੋ ਜੇਕਰ ਤੁਸੀਂ ਆਪਣੀਆਂ ਇਹਨਾਂ ਗੱਲਾਂ ਤੇ ਧਿਆਨ ਨਹੀਂ ਦਿੰਦੇ। ਨੰਬਰ 3, ਜਦੋਂ ਅਸੀਂ ਕੰਪਨੀ ਇੱਕ ਡੀਓਟੀ ਬੰਦ ਹੋ ਜਾਂਦੀ ਆ, ਇਨਐਕਟਿਵ ਹੋ ਜਾਂਦੀ ਆ, ਤੇ ਅੱਜ ਕੱਲ੍ਹ ਖਾਸ ਕਰਕੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੇ ਜਾਂ ਹੋਰ ਵੀ ਬਹੁਤ ਸਾਰੀਆਂ ਸਟੇਟਾਂ ਨੇ ਜਿਹੜਾ ਡੀਓਟੀ ਨੰਬਰ ਹੈ ਉਹਨੂੰ ਤੁਹਾਡੀਆਂ ਲਾਇਸੈਂਸ ਪਲੇਟਾਂ ਦੇ ਨਾਲ ਲਿੰਕ ਕਰ ਦਿੱਤਾ। ਭਾਵ ਕਿ ਜਦੋਂ ਤੁਹਾਡੀ ਡੀਓਟੀ ਇਨਐਕਟਿਵ ਹੁੰਦੀ ਹੈ ਤਾਂ ਤੁਹਾਡੀਆਂ ਸਾਰੇ ਟਰੱਕਾਂ ਦੀਆਂ ਲਾਇਸੈਂਸ ਪਲੇਟ ਜਿਹੜੀਆਂ ਉਹ ਲੌਕ ਕਰਤੀਆਂ ਜਾਂਦੀਆਂ। ਉਹਨਾਂ ਤੇ ਇੱਕ VLT ਸਟਾਪ ਨਾਂ ਦੀ ਚੀਜ਼ ਹੁੰਦੀ ਹੈ, ਜਿਹੜਾ ਕਿ ਲੌਕ ਹੁੰਦਾ ਵਹੀਕਲ ਲਾਇਸੈਂਸ ਟਾਈਟਲੀ, ਜਿਹੜਾ ਕਿ ਇੱਕ ਮਤਲਬ ਤੁਹਾਡੇ ਤੇ ਜਿਹੜਾ ਵਹੀਕਲ ਦੇ ਉੱਤੇ ਇੱਕ ਐਸਾ ਸਟਾਪ ਲਾਤਾ ਜਾਂਦਾ ਕਿ ਉਸ ਵਹੀਕਲ ਦੀ ਕਿਤੇ ਵੀ ਕਿਸੇ ਵੀ ਕੰਪਨੀ ਵਿੱਚ ਪਲੇਟ ਨਹੀਂ ਲਈ ਜਾ ਸਕਦੀ ਜਦ ਤੱਕ ਉਹ ਪੁਰਾਣੇ ਡੀਓਟੀ ਨੂੰ
ਗੁੱਡ ਸਟੇਟਸ ਵਿੱਚ ਜਾਂ ਰੀਇਨਸਟੇਟ ਨਹੀਂ ਕਰਵਾਇਆ ਜੀ ਜਾਂਦਾ। ਸੋ ਜੇਕਰ ਤੁਹਾਡੇ ਕੋਲ ਜੀ 25 ਟਰੱਕ ਹਨ, 25 ਟਰੱਕਾਂ ਦੀ ਤੁਹਾਡੀ ਡੀਓਟੀ ਇਨਐਕਟਿਵ ਹੋ ਗਈ, ਤੁਸੀਂ ਨਵੀਂ ਡੀਓਟੀ ਖੋਲ ਲਈ ਹੈ, ਪਰ ਜੇਕਰ ਤੁਹਾਡੀ ਲਾਇਸੈਂਸ ਪਲੇਟ ਦੇ ਉੱਤੇ ਜਾਂ ਤੁਹਾਡੇ ਵਿਨ ਨੰਬਰ ਦੇ ਉੱਤੇ ਜਾਂ ਤੁਹਾਡੇ ਟਰੱਕ ਦੇ ਉੱਤੇ ਵੀਐਲਟੀ ਸਟਾਪ ਲੱਗ ਚੁੱਕਾ ਹੈ, ਤਾਂ ਕੋਈ ਵੀ ਜੀ ਚਾਂਸ ਨਹੀਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜੀਆਂ ਉਹ ਪਲੇਟਾਂ ਲੈ ਕੇ ਦੁਬਾਰਾ ਉਹਨਾਂ ਟਰੱਕਾਂ ਨੂੰ ਰੋਡ ਤੇ ਪਾ ਸਕੋ। ਸੋ ਤੀਜਾ ਵੱਡਾ ਨੁਕਸਾਨ ਇਹ ਹੈ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਜਦੋਂ ਤੁਸੀਂ ਡੀਓਟੀ ਆਪਣੀ ਇਨਐਕਟਿਵ ਕਰਵਾ ਲੈਂਦੇ ਹੋ ਜਾਂ ਡਿਸਮਿਸ ਕਰਵਾ ਲੈਂਦੇ ਹੋ, ਤਾਂ ਉਸ ਕੋਈ ਜੀ ਕੇਸ ਦੇ ਵਿੱਚ ਤੁਹਾਡੇ ਕੋਲ ਨਵੀਂ ਕੰਪਨੀ ਖੋਲਣ ਦਾ ਜਾਂ ਨਵੀਂ ਜਗ੍ਹਾ ਪਲੇਟਸ ਲੈਣ ਦਾ ਕੋਈ ਵੀ ਚਾਂਸ ਨਹੀਂ ਰਹਿੰਦਾ। ਸੋ ਮੇਰੀ ਨਹੀਂ ਸਾਰੇ ਟਰੱਕਰ ਵੀਰਾਂ ਨੂੰ ਬੇਨਤੀ ਜ਼ਰੂਰ ਹੁੰਦੀ ਹੈ ਕਿ ਭਾਈ ਡੀਓਟੀ ਇਨਐਕਟਿਵ ਹੋਣ ਤੋਂ ਪੂਰੀ ਤਰ੍ਹਾਂ ਬਚਾ ਕੇ ਰੱਖੀ ਜਾਵੇ, ਕਿਉਂਕਿ ਡੀਓਟੀ ਇਨਐਕਟਿਵ ਹੋਣਾ ਇੱਕ ਬਹੁਤ ਵੱਡਾ ਨੁਕਸਾਨ ਆ ਜਿਹੜਾ ਕਿ ਤੁਹਾਨੂੰ ਬਿਜ਼ਨਸ ਵਿੱਚੋਂ ਬਾਹਰ ਭੇਜਣ ਤੱਕ ਦੀ ਨੌਬਤ ਤੇ ਲਿਆ ਕੇ ਵੀ ਖੜਾ ਕਰ ਸਕਦਾ। ਠੀਕ ਹੈ। ਟਾਂਡਾ ਸਾਹਿਬ, ਹੁਣ ਅਸੀਂ ਅਗਲੇ ਸੈਗਮੈਂਟ ਵੱਲ ਵਧਦੇ ਹਾਂ, ਜੋ ਕਿ ਸਵਾਲ ਜਵਾਬ ਦਾ ਸੈਗਮੈਂਟ ਹੈਗਾ। ਸਾਡੇ ਜਿਹੜੇ ਦਰਸ਼ਕ ਸਾਨੂੰ ਦੇਖਦੇ ਨੇ, ਹਰ ਵਾਰ ਉਹ ਆਪਣੇ ਸਵਾਲ ਭੇਜਦੇ ਨੇ। ਉਹਨਾਂ ਸਵਾਲਾਂ ਨੂੰ ਹੁਣ ਮੇਰਾ ਸਮਾਂ ਆ ਚੁੱਕਿਆ ਕਿ ਮੈਂ ਤੁਹਾਡੇ ਤੱਕ ਪਹੁੰਚਾਵਾਂ। ਸੋ ਜਿਹੜਾ ਪਹਿਲਾ ਸਭ ਤੋਂ ਵੱਡਾ ਸਵਾਲ ਹੈ ਉਹ ਲੈਣੇ ਅਸੀਂ ਯੁਵਾ ਸਿਟੀ ਤੋਂ, ਜੋ ਕਿ ਦਰਸ਼ਨ ਕੰਗ ਦਾ ਸਵਾਲ ਹੈ, ਔਰ ਇਹ ਪੁੱਛਦੇ ਨੇ ਕਿ ਮੈਂ ਨਵੀਂ ਕੰਪਨੀ ਜਿਹੜਾ ਖੋਲਣਾ ਚਾਹੁੰਦਾ, ਪਰ ਮੈਨੂੰ ਸਮਝ ਨਹੀਂ ਆ ਰਿਹਾ ਕਿ ਕੰਪਨੀ ਆਪਣੇ ਨਾਂ ਤੇ ਖੋਲਾਂ ਜਾਂ ਫਿਰ ਕਾਰਪੋਰੇਸ਼ਨ ਦੇ ਨਾਂ ਤੇ। ਔਰ ਤੁਹਾਡੇ ਤੋਂ ਮੈਂ ਜਾਣਨਾ ਚਾਹੁੰਦਾ ਕਿ ਦੋਨਾਂ ਵਿੱਚ ਆਖਰ ਫਰਕ ਕੀ ਹੈ। ਭੁਪਿੰਦਰ ਸਿੰਘ, ਦੇਖੋ ਜਿਹੜਾ ਇਹ ਸਵਾਲ ਹੈ ਵੈਸੇ ਇਹ ਲੀਗਲ ਮੈਟਰ ਹੈ, ਇਹਦਾ ਜਵਾਬ ਇਹਨਾਂ ਨੂੰ ਸੀਪੀਏ ਕੋਲੋਂ ਜਾਂ ਵਕੀਲ ਕੋਲੋਂ ਕਿਸੇ ਕੋਲੋਂ ਲੈਣਾ ਚਾਹੁੰਦਾ, ਪਰ ਫਿਰ ਵੀ ਚਲੋ ਐਕਸਪੀਰੀਅੰਸ ਦੇ ਆਧਾਰ ਦੇ ਉੱਤੇ ਮੈਂ ਮੋਟੇ ਜੀ ਰੂਪ ਵਿੱਚ ਇਹਨਾਂ ਨੂੰ ਜਿਹੜੀ ਜਾਣਕਾਰੀ ਦੇ ਸਕਦਾ ਕਿ ਜਨਰਲੀ ਅਸੀਂ ਤਿੰਨ ਚਾਰ ਤਰ੍ਹਾਂ ਦੀਆਂ ਕੰਪਨੀਆਂ ਹੁੰਦੀਆਂ, ਜਿਨ੍ਹਾਂ ਵਿੱਚ ਪਹਿਲੀ ਕੰਪਨੀ ਜਿਹੜੀ ਆ ਉਹ ਸੋਲ ਪ੍ਰੋਪਰਾਈਟਰ ਹੁੰਦੀ ਹੈ, ਜੀ ਜਿਹਦੇ ਵਿੱਚ ਤੁਹਾਡਾ ਸਾਰਾ ਕੁਝ ਜਿਹੜਾ ਕੰਪਨੀ ਦਾ ਨਾਂ ਔਰ ਤੁਹਾਡੀ ਜਿਹੜਾ ਕੰਪਨੀ ਦਾ ਸਾਰਾ ਦਾਰਮਦਾਰ ਆ ਉਹ ਤੁਹਾਡੀ ਸੋਸ਼ਲ ਸਿਕਿਉਰਿਟੀ ਦੇ ਅਗੇਂਸਟ ਲਿਆ ਜਾਂਦਾ, ਸਾਰੇ ਪਰਮਿਟਸ ਤੁਹਾਡੀ ਸੋਸ਼ਲ ਸਿਕਿਉਰਿਟੀ ਦੇ ਅਗੇਂਸਟ ਲਏ ਜਾਂਦੇ ਆ। ਜੇਕਰ ਕੋਈ ਵੀ ਕਿਸੇ ਤਰ੍ਹਾਂ ਦੀ ਵਾਇਲੇਸ਼ਨ ਹੁੰਦੀ ਹੈ, ਕੋਈ ਕਿਸੇ ਤਰ੍ਹਾਂ ਦਾ ਵੱਡਾ ਕਲੇਮ ਪੈਂਦਾ ਹੈ, ਕੋਈ ਵੀ ਖਤਰਾ ਮਹਿਸੂਸ ਹੁੰਦਾ, ਤਾਂ ਉਹਦੇ ਵਿੱਚ ਤੁਸੀਂ ਡਾਇਰੈਕਟ ਹਿੱਟ ਹੁੰਦੇ ਹੋ। ਤੁਹਾਨੂੰ ਜੋ ਵੀ ਸਜ਼ਾਵਾਂ ਹਨ, ਜੋ ਵੀ ਪੈਨਲਟੀਜ਼ ਹਨ, ਜੋ ਵੀ ਜੁਰਮਾਨੇ ਹਨ, ਉਹ ਡਾਇਰੈਕਟਲੀ ਤੁਹਾਡੇ ਉੱਤੇ ਪਾਏ ਜਾਂਦੇ ਹਨ। ਸੋ ਜੀ ਸੋਲ ਪ੍ਰੋਪਰੇਟਰ ਜਿਹੜੀ ਆ ਅੱਜ ਕੱਲ ਜਿਹੜਾ ਇਹਦਾ ਚਲਨ ਹੈ ਜਾਂ ਅੱਜ ਕੱਲ ਜਿਹੜਾ ਇਹਦਾ ਰਿਵਾਜ ਆ ਉਹ ਕੰਪੈਰੀਟਿਵਲੀ ਘਟ ਰਿਹਾ, ਕਿਉਂਕਿ ਇਹਦੇ ਵਿੱਚ ਥੋੜਾ ਰਿਸਕ ਜ਼ਿਆਦਾ ਹੁੰਦਾ। ਪਰ ਹਾਂ, ਇਹਨੂੰ ਚਲਾਉਣਾ ਬਹੁਤ ਸੌਖਾ ਹੈ ਕਿ ਇਹਦੇ ਵਿੱਚ ਕੋਈ ਖਾਸ ਫਾਰਮੈਲਿਟੀਜ਼ ਨਹੀਂ ਕਰਨੀਆਂ ਪੈਂਦੀਆਂ, ਕੋਈ ਜ਼ਿਆਦਾ ਪੇਰੋਲ ਤੱਕ ਵੀ ਨਹੀਂ ਕਰਨ ਦੀ ਜ਼ਰੂਰਤ ਪੈਂਦੀ ਬਾਏ ਲਾਅ। ਜੀ ਉਸ ਤੋਂ ਬਾਅਦ ਅਗਲੀ ਕੰਪਨੀ ਆ ਜਾਂਦੀ ਪਾਰਟਨਰਸ਼ਿਪ, ਜਿਹੜੀ ਕਿ ਦੋ ਬੰਦੇ ਇਕੱਠੇ ਹੋ ਕੇ, ਜਿਹਨੂੰ ਅਸੀਂ ਜਨਰਲ ਪਾਰਟਨਰਸ਼ਿਪ ਕਹਿੰਦੇ ਹਾਂ। ਜੀ ਜਨਰਲ ਪਾਰਟਨਰਸ਼ਿਪ ਦੇ ਵਿੱਚ ਵੀ ਲਗਭਗ ਜਿਹੜੇ ਹਾਲਾਤ ਆ ਉਹ ਸੋਲ ਪ੍ਰੋਪਰਾਈਟਰ ਵਾਲੇ ਹੁੰਦੇ ਆ ਜਾਂ ਇੰਡੀਵਿਜੂਅਲ ਵਾਲੇ ਹੁੰਦੇ ਹਨ। ਸਿਰਫ ਇੰਨਾ ਫਰਕ ਹੁੰਦਾ ਹੈ ਕਿ ਉਹਦੇ ਵਿੱਚ ਇੱਕ ਬੰਦਾ ਡਾਇਰੈਕਟਲੀ ਇਨਵੋਲਵ ਨਾ ਹੋ ਕੇ ਦੋ ਇਨਸਾਨ ਜਾਂ ਦੋ ਤੋਂ ਵੱਧ ਬੰਦੇ ਜਿਹੜੇ ਆ ਉਹ ਡਾਇਰੈਕਟਲੀ ਇਨਵੋਲਵ ਹੁੰਦੇ ਆ। ਔਰ ਜਿਵੇਂ ਜੀ ਸੋਲ ਪ੍ਰੋਪਰਾਈਟਰ ਦੇ ਵਿੱਚ ਹਰ ਤਰ੍ਹਾਂ ਦਾ ਵਾਇਲੇਸ਼ਨ, ਹਰ ਤਰ੍ਹਾਂ ਦਾ ਜੁਰਮਾਨੇ ਵਾਸਤੇ ਇੱਕ ਬੰਦਾ ਜ਼ਿੰਮੇਵਾਰ ਹੁੰਦਾ, ਇਹਦੇ ਵਿੱਚ ਇੱਕ ਤੋਂ ਵੱਧ ਬੰਦੇ ਜਿਹੜੇ ਉਹ ਡਾਇਰੈਕਟਲੀ ਜ਼ਿੰਮੇਵਾਰ ਹੁੰਦੇ ਆ। ਉਸ ਜੀ ਤੋਂ ਬਾਅਦ ਜਿਹੜੀਆਂ ਅਗਲੀਆਂ ਫਾਰਮੇਸ਼ਨ ਉਹ ਐਲਐਲਸੀ ਔਰ ਕਾਰਪੋਰੇਸ਼ਨ ਫਾਰਮੇਸ਼ਨ ਹੁੰਦੀਆਂ। ਐਲਐਲਸੀ ਜਿਹੜੀ ਹੈਗੀ ਆ ਉਹ ਥੋੜੀ ਜੀ ਵਰਕਿੰਗ ਦੇ ਵਿੱਚ, ਇਹ ਵੀ ਕਾਰਪੋਰੇਸ਼ਨ ਲਿਮਿਟਡ ਲਾਇਬਿਲਿਟੀ ਕੰਪਨੀ ਹੁੰਦੀ ਹੈ। ਇਹਦੇ ਵਿੱਚ ਕਾਰਪੋਰੇਸ਼ਨ ਦੇ ਟੈਕਸ ਬੈਨੀਫਿਟ ਜਿਹੜੇ ਆ ਉਹ ਸਾਨੂੰ ਕਾਰਪੋਰੇਸ਼ਨ ਦੇ ਮਿਲ ਸਕਦੇ ਆ, ਜੀ ਪਰ ਇਹਦੇ ਵਿੱਚ ਥੋੜਾ ਜਿਹਾ ਕੰਮ ਕਰਨਾ ਸੌਖਾ ਹੁੰਦਾ ਹੈ ਕੰਪੈਰੀਟਿਵਲੀ ਕਾਰਪੋਰੇਸ਼ਨ ਨਾਲੋਂ, ਕਿਉਂਕਿ ਇਹਦੇ ਵਿੱਚ ਅਗਰ ਤੁਸੀਂ ਪੇਰੋਲ ਨਹੀਂ ਵੀ ਕਰਦੇ ਪਰ ਤੁਸੀਂ ਕਾਰਪੋਰੇਸ਼ਨ ਦੇ ਟੈਕਸ ਬੈਨੀਫਿਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਦਾ ਬੈਨੀਫਿਟ ਮਿਲ ਸਕਦਾ ਹੈ, ਪਰ ਤੁਹਾਨੂੰ ਨਾਲ ਜੀ ਨਾਲ ਕਾਰਪੋਰੇਸ਼ਨ ਵਾਂਗ ਕਿਸੇ ਹੱਦ ਤੱਕ ਇਹਦੀ ਪ੍ਰੋਟੈਕਸ਼ਨ ਵੀ ਮਿਲ ਸਕਦੀ ਹੈ, ਜਿਹਦੇ ਵਿੱਚ ਤੁਹਾਡੇ ਡਾਇਰੈਕਟਲੀ ਤੁਹਾਡਾ ਆਪਣਾ ਜਿਹੜਾ ਕ੍ਰੈਡਿਟ ਹੈ ਜਾਂ ਤੁਹਾਡੇ ਜਿਹੜੀਆਂ ਵਾਇਲੇਸ਼ਨਸ ਹਨ ਜਾਂ ਤੁਹਾਡੇ ਜਿਹੜੇ ਕਹਿ ਲਓ ਕਿ ਤੁਹਾਡੇ ਕੋਈ ਜੁਰਮਾਨੇ ਹਨ ਜਾਂ ਕਿਸੇ ਕਿਸਮ ਦਾ ਹੋਰ ਕੋਈ ਵੱਡੀ ਲਾਇਬਿਲਿਟੀ ਹੈ, ਉਹ ਤੁਹਾਡੇ ਤੇ ਡਾਇਰੈਕਟਲੀ ਨਹੀਂ ਆਉਂਦੀ। ਕਾਰਪੋਰੇਸ਼ਨ ਜਿਹੜੀ ਹੈਗੀ ਹੈ ਉਹ ਇੱਕ ਇਹਦੀ ਸਭ ਤੋਂ ਸਿਕਿਉਰਡ ਫਾਰਮ ਹੈਗੀ ਹੈ। ਪਰ ਫਿਰ ਮੈਂ ਬਾਰ-ਬਾਰ ਕਹਿਣਾ ਚਾਹੁੰਦਾ ਕਿ ਇਹਦਾ ਜਿਹੜਾ ਸਹੀ ਜਵਾਬ ਹੈ ਜਾਂ ਜਿਹੜਾ ਇਹਦਾ ਸਹੀ ਅਥੈਂਟਿਕ ਜਵਾਬ ਆ ਉਹ ਆਪਾਂ ਨੂੰ ਸੀਪੀਏ ਜਾਂ ਇੱਕ ਅਟਰਨੀ ਕੋਲੋਂ ਹੀ ਲੈਣਾ ਚਾਹੀਦਾ। ਪਰ ਐਕਸਪੀਰੀਅੰਸ ਦੇ ਆਧਾਰ ਤੇ ਮੈਂ ਆਪਣੇ ਤੁਹਾਡੇ ਤਜਰਬੇ ਦੇ ਆਧਾਰ ਤੇ ਗੱਲ ਕਰ ਰਿਹਾ, ਜਿਹੜੀ ਕਾਰਪੋਰੇਸ਼ਨ ਆ ਉਹਦੇ ਵਿੱਚ ਸਾਨੂੰ ਪੇਰੋਲ ਕਰਨਾ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੈ। ਜਦੋਂ ਸਾਡੇ ਕੋਲ ਜੀ ਇੱਕ ਤੋਂ ਵੱਧ ਟਰੱਕਸ ਹੁੰਦੇ ਆ, ਤੁਹਾਡੇ ਕੋਲ ਡਰਾਈਵਰਸ ਹੁੰਦੇ ਆ, ਜਾਂ ਤੁਸੀਂ ਆਪ ਵੀ ਉਸ ਕੰਪਨੀ ਵਿੱਚ ਕੰਮ ਕਰਦੇ ਹੋ, ਫੈਮਿਲੀ ਮੈਂਬਰ ਕੰਮ ਕਰਦੇ ਆ, ਤਾਂ ਤੁਹਾਨੂੰ ਬਕਾਇਦਾ ਉਹਨਾਂ ਜੀ ਨੂੰ ਪੇਰੋਲ ਤੇ ਪਾਉਣਾ ਪੈਂਦਾ। ਪਰ ਇਹਦੇ ਵਿੱਚ ਜਿਹੜੀਆਂ ਤੁਹਾਡੀਆਂ ਲਾਇਬਿਲਿਟੀਜ਼ ਹਨ ਉਹ ਡਾਇਰੈਕਟ ਜੀ ਤੁਹਾਡੇ ਕ੍ਰੈਡਿਟ ਨੂੰ ਕੰਪੈਰੀਟਿਵਲੀ ਬਾਕੀ ਸਾਰਿਆਂ ਦੇ ਨਾਲੋਂ ਘੱਟ ਅਫੈਕਟ ਕਰਦੀਆਂ ਹਨ।
ਸੋ ਇਹਨੂੰ ਇੱਕ ਕੰਪਨੀਜ਼ ਦੇ ਵਿੱਚ ਜਿਹੜੀ ਕਾਰਪੋਰੇਸ਼ਨਸ ਹੈਗੀਆਂ ਇਹਨਾਂ ਨੂੰ ਸਭ ਤੋਂ ਸਿਕਿਉਰਡ ਫਾਰਮ ਮੰਨਿਆ ਜਾਂਦਾ ਤੇ ਵੱਡੀਆਂ ਟਰੱਕਿੰਗ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਅਕਸਰ ਜਿਹੜੇ ਵਕੀਲ ਹੈਗੇ ਆ ਜਾਂ ਜਿਹੜੇ ਤੁਹਾਡੇ CPAs ਹੈਗੇ ਆ ਉਹਨਾਂ ਵੱਲੋਂ ਇਹ ਰਿਕਮੈਂਡ ਕੀਤਾ ਜਾਂਦਾ ਕਿ ਉਹ ਜਿੰਨੀ ਆਪਣੀ ਫਾਰਮੇਸ਼ਨ ਹੈ ਉਹ ਕਾਰਪੋਰੇਸ਼ਨ C ਜਾਂ ਕਾਰਪੋਰੇਸ਼ਨ S ਦੇ ਅੰਡਰ ਕਰਨ। ਕਾਰਪੋਰੇਸ਼ਨ S ਔਰ C ਲਗਭਗ ਸੇਮ ਹੁੰਦੀਆਂ ਪਰ ਇਹਦੇ ਵਿੱਚ ਜਿਹੜੇ ਟੈਕਸਿੰਗ ਹੈਗੀ ਆ ਉਹ ਚ ਡਬਲ ਟੈਕਸਿੰਗ ਹੁੰਦੀ ਹੈ, ਇੱਕ ਸਿੰਗਲ ਟੈਕਸਿੰਗ ਹੁੰਦੀ ਹੈ। ਇਹ ਇੱਕ ਫਰਦਰ ਫਿਰ ਟੈਕਸ ਦਾ ਸਵਾਲ ਆ ਔਰ ਟੈਕਸ ਪ੍ਰੋਫੈਸ਼ਨਲ ਕੋਲੋਂ ਹੀ ਇਹਦਾ ਜਵਾਬ ਮੇਰੇ ਖਿਆਲ ਨਾਲ ਲਿਆ ਜਾਣਾ ਚਾਹੀਦਾ ਹੈ। ਪਰ ਉਹ ਦੋਨੇ ਕਾਰਪੋਰੇਸ਼ਨ ਵਾਈਜ਼ ਸੇਮ ਹੁੰਦੀਆਂ ਪਰ ਟੈਕਸ ਵਾਈਜ਼ ਦੋਨਾਂ ਦੇ ਵਿੱਚ ਕਾਫੀ ਵੱਡਾ ਡਿਫਰੈਂਸ ਹੁੰਦਾ। ਸੋ ਇਹਨਾਂ ਮੋਟੇ ਰੂਪ ਵਿੱਚ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਕਾਰਪੋਰੇਸ਼ਨ ਆ ਕੰਪੈਰੇਟਿਵਲੀ ਇੰਡੀਵਿਜੂਅਲ ਨਾਲੋਂ ਜਾਂ ਸੋਲ ਪ੍ਰੋਪਰਾਈਟਰ ਨਾਲੋਂ ਜ਼ਿਆਦਾ ਸਿਕਿਉਰ ਮੰਨੀ ਜਾਂਦੀ ਹੈ। ਠੀਕ ਹੈ। ਸੋ ਦਰਸ਼ਕਾਂ ਜੀ ਉਮੀਦ ਕਰਦੇ ਹਾਂ ਕਿ ਤੁਹਾਡਾ ਜਿਹੜਾ ਜਵਾਬ ਹੈਗਾ ਟਾਂਡਾ ਸਾਹਿਬ ਵੱਲੋਂ ਤੁਹਾਨੂੰ ਮਿਲ ਗਿਆ ਹੋਵੇਗਾ। ਸੋ ਅਗਲੇ ਸਵਾਲ ਵੱਲ ਵਧਦੇ ਹਾਂ। ਸੋ ਅਗਲਾ ਜਿਹੜਾ ਸਵਾਲ ਹੈ ਟਾਂਡਾ ਸਾਹਿਬ ਸੈਕਰਾਮੈਂਟੋ ਤੋਂ ਸਰਦਾਰ ਗੁਰਦਿਆਲ ਸਿੰਘ ਜੀ ਪੁੱਛ ਰਹੇ ਨੇ ਔਰ ਉਹਨਾਂ ਦਾ ਸਵਾਲ ਹੈ ਕਿ ਮੈਂ ਪਹਿਲਾਂ ਕੈਲੀਫੋਰਨੀਆ ਤੋਂ ਬਾਹਰਲੇ ਸਟੇਟ ਵੱਲ ਟਰੱਕ ਚਲਾਉਂਦਾ ਸੀ ਔਰ ਪਰ ਅੱਜ ਕੱਲ੍ਹ ਲੋਕਲ ਕੈਲੀਫੋਰਨੀਆ ਵਿੱਚ ਹੀ ਉਹ ਟਰੱਕ ਚਲਾ ਰਹੇ ਨੇ, ਪਰ ਕੀ ਮੈਨੂੰ ਫਿਰ ਵੀ ਇਫਟਾ ਫਾਈਲ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ? ਇਹ ਸਵਾਲ ਹੈ ਸੈਕਰਾਮੈਂਟੋ ਤੋਂ ਗੁਰਦਿਆਲ ਸਿੰਘ ਜੀ ਦਾ। ਹਾਂਜੀ ਭਲਿੰਦਰ ਸਿੰਘ ਜੀ, ਇਹ ਥੋੜੀ ਜਿਹੀ ਕਨਫਿਊਜ਼ਨ ਹੈਗੀ ਹੈ। ਅਕਸਰ ਸਾਡੇ ਜਿਹੜੇ ਟਰੱਕਰ ਵੀਰ ਹੈਗੇ ਉਹ ਇਫਟੇ ਦੇ ਕਨਸੈਪਟ ਨੂੰ ਨਹੀਂ ਪੂਰੀ ਤਰ੍ਹਾਂ ਸਮਝ ਪਾਉਂਦੇ ਔਰ ਅਕਸਰ ਇਹ ਉਹ ਸਵਾਲ ਕਰਦੇ ਆ ਜੀ। ਉਹਦਾ ਕਾਰਨ ਇਹ ਹੈਗਾ ਕਿ ਇਫਟਾ ਬੇਸਿਕਲੀ ਸਾਨੂੰ ਉਦੋਂ ਜ਼ਰੂਰਤ ਪੈਂਦੀ ਹੈ ਜਦੋਂ ਅਸੀਂ ਕੈਲੀਫੋਰਨੀਆ ਦਾ ਬਾਰਡਰ ਕ੍ਰਾਸ ਕਰਨਾ ਹੁੰਦਾ। ਅਸੀਂ ਫਿਊਲ ਕਿਸੇ ਸਟੇਟ ਵਿੱਚੋਂ ਪਵਾਉਂਦੇ ਆ, ਕਿਸੇ ਵਿੱਚੋਂ ਨਹੀਂ ਪਾਉਂਦੇ। ਤਾਂ ਉਸ ਕੇਸ ਦੇ ਵਿੱਚ ਜਦੋਂ ਅਸੀਂ ਹਰ ਇੱਕ ਸਟੇਟ ਨੂੰ ਉਹਦਾ ਰੋਡ ਟੈਕਸ ਦੇਣਾ ਹੁੰਦਾ ਤਾਂ ਉਹ ਫਿਊਲ ਟੈਕਸ ਦੇ ਜ਼ਰੀਏ ਜਿਹੜਾ ਸਾਡਾ ਟੈਕਸ ਆ ਉਹ ਹਰ ਇੱਕ ਸਟੇਟ ਨੂੰ ਬਣਦਾ ਮਿਲਦਾ। ਪਰ ਜਦੋਂ ਅਸੀਂ ਕੈਲੀਫੋਰਨੀਆ ਵਿੱਚ ਟਰੱਕ ਇਕੱਲਾ ਚਲਾਉਂਦੇ ਆ ਤਾਂ ਬੇਸਿਕਲੀ ਜਿੰਨੀਆਂ ਮਾਈਲੇਜ ਅਸੀਂ ਕੈਲੀਫੋਰਨੀਆ ਚਲਾਉਂਦੇ ਆ ਤੇ ਜਿੰਨੀਆਂ ਅਸੀਂ ਫਿਊਲ ਟੋਟਲ ਕੈਲੀਫੋਰਨੀਆ 'ਚੋਂ ਪਵਾ ਲੈਂਦੇ ਆ ਉਹਦੇ ਨਾਲ ਜਿਹੜਾ ਟੈਕਸ ਹੈਗਾ ਆ ਉਹ ਬੇਸਿਕਲੀ ਇਕੁਅਲਾਈਜ਼ ਹੋ ਜਾਂਦਾ। ਸਾਨੂੰ ਟੈਕਸ ਦੇਣ ਦੀ ਜ਼ਰੂਰਤ ਨਹੀਂ ਪੈਂਦੀ। ਪਰ ਕਨਫਿਊਜ਼ਨ ਇਹ ਹੈ ਕਿ ਫਾਈਲਿੰਗ ਕਰਨੀ ਹੈ ਜਾਂ ਨਹੀਂ ਕਰਨੀ। ਜੇਕਰ ਤੁਸੀਂ ਕੈਲੀਫੋਰਨੀਆ ਵਿੱਚ ਬਿਲਕੁਲ ਇਕੱਲਾ ਟਰੱਕ ਚਲਾਉਂਦੇ ਹੋ, ਬਾਹਰ ਬਿਲਕੁਲ ਸਟੇਟ ਕਿਸੇ ਵਿੱਚ ਨਹੀਂ ਜਾਂਦੇ, ਤਾਂ ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਇਫਟੇ ਦੀ ਜ਼ਰੂਰਤ ਪਰਮਿਟ ਦੀ ਨਹੀਂ ਹੈ। ਪਰ ਜੇਕਰ ਤੁਸੀਂ ਇਫਟਾ ਦਾ ਪਰਮਿਟ ਫਿਰ ਵੀ ਲੈ ਕੇ ਰੱਖਿਆ ਹੋਇਆ, ਕਈ ਵਾਰੀ ਆਦਮੀ ਸਮਝਦੇ ਆ ਕਿ ਚਲੋ ਮੈਂ ਪਿਛਲੇ ਸਾਲ ਚਲਾ ਰਿਹਾ ਸੀ, ਮੈਂ ਅਗਲੇ 2 ਮਹੀਨੇ ਜਾਂ 6 ਮਹੀਨੇ ਬਾਅਦ ਬਾਹਰ ਨੂੰ ਜਾਣਾ, ਪਰ ਮੈਂ ਇਫਟਾ ਜ਼ਰੂਰ ਆਪਣੇ ਕੋਲ ਲੈ ਕੇ ਰੱਖਣਾ। ਜੇਕਰ ਤੁਸੀਂ ਆਪਣਾ ਇਫਟਾ ਪਰਮਿਟ ਰਿਨਿਊ ਕਰਵਾਇਆ ਤਾਂ ਤੁਹਾਨੂੰ ਫਾਈਲਿੰਗ ਕਰਨ ਦੀ ਜ਼ਰੂਰਤ ਜਿਹੜੀ ਹੈ ਉਹ ਬਿਲਕੁਲ ਹੈ। ਜੇਕਰ ਇਫਟਾ ਫਾਈਲਿੰਗ ਨਹੀਂ ਕਰਦੇ ਤਾਂ ਤੁਹਾਡਾ ਇਫਟਾ ਜਿਹੜਾ ਉਹ ਰੈਵੋਕੇਟ ਹੋ ਜਾਂਦਾ। ਜਦੋਂ ਤੁਸੀਂ ਬਾਹਰ ਨੂੰ ਜਾਣਾ ਆ ਤਾਂ ਤੁਹਾਨੂੰ ਬਕਾਇਦਾ ਉਹਦੀ ਸਾਈਟੇਸ਼ਨ ਮਿਲ ਸਕਦੀ ਹੈ ਔਰ ਜਿਹੜੀ ਕਿ ਕਾਫੀ ਵੱਡੀ ਸਾਈਟੇਸ਼ਨ ਹੁੰਦੀ ਹੈ। ਸੋ ਜੇਕਰ ਤੁਸੀਂ ਇਕੱਲੇ ਕੈਲੀਫੋਰਨੀਆ ਵਿੱਚ ਰਹਿਣ ਦਾ ਇਰਾਦਾ ਬਣਾ ਚੁੱਕੇ ਹੋ ਕਿ ਮੈਂ ਹੁਣ ਕੈਲੀਫੋਰਨੀਆ ਤੋਂ ਬਾਹਰ ਨਹੀਂ ਚਲੇ ਜਾਣਾ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਲਾਸਟ ਟੈਕਸ ਰਿਟਰਨ ਭਰ ਕੇ ਉਹਦੀ ਫਾਈਲਿੰਗ ਕਰਵਾ ਕੇ ਆਪਣੇ ਇਫਟਾ ਟੈਕਸ ਜਿਹੜਾ ਤੁਹਾਡਾ ਪਰਮਿਟ ਹੈਗਾ ਜਾਂ ਫਿਊਲ ਟੈਕਸ ਪਰਮਿਟ ਜਿਹੜਾ ਇਹਨੂੰ ਬੰਦ ਕਰਵਾ ਦਿੱਤਾ ਜਾਵੇ ਗੁੱਡ ਸਟੇਟਸ ਦੇ ਵਿੱਚ। ਜਦੋਂ ਤੁਸੀਂ ਵਾਪਸ ਬਾਹਰ ਚੱਲਣਾ ਤਾਂ ਉਹਨੂੰ ਵਾਪਸ ਲੈ ਲਿਆ ਜਾਵੇ ਜਾਂ ਉਹਨੂੰ ਵਾਪਸ ਰੀਇਨਸਟੇਟ ਕਰਵਾ ਲਿਆ ਜਾਵੇ। ਪਰ ਜੇਕਰ ਤੁਸੀਂ ਪਰਮਿਟ ਰੱਖਦੇ ਹੋ ਤਾਂ ਤੁਹਾਨੂੰ ਟੈਕਸ ਦੇਣ ਦੀ ਜ਼ਰੂਰਤ ਨਹੀਂ, ਪਰ ਫਾਈਲਿੰਗ ਦੀ ਜ਼ਰੂਰਤ ਹੈ। ਜਦੋਂ ਤੁਸੀਂ ਫਾਈਲਿੰਗ ਕਰਦੇ ਹੋ ਤਾਂ ਤੁਹਾਡਾ ਜਿਹੜਾ ਟੈਕਸ ਡਿਊ ਹੁੰਦਾ ਹੈ ਉਹ 0 ਹੁੰਦਾ ਹੈ। ਸੋ ਤੁਹਾਨੂੰ ਟੈਕਸ ਦੇਣ ਦੀ ਜ਼ਰੂਰਤ ਨਹੀਂ ਜੇਕਰ ਤੁਸੀਂ ਕੈਲੀਫੋਰਨੀਆ ਇਕੱਲੇ ਵਿੱਚ ਚੱਲਦੇ ਹੋ। ਪਰ ਅਗੇਨ ਫਾਈਲਿੰਗ, ਕੁਆਟਰਲੀ ਫਾਈਲਿੰਗ ਜਿਹੜੀ ਹੈ ਉਹ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹ ਹਰ ਹਾਲਤ ਵਿੱਚ ਹੋਣੀ ਚਾਹੀਦੀ ਹੈ। ਜੇਕਰ ਨਹੀਂ ਕਰਦੇ ਤਾਂ 30 ਦਿਨ ਦਾ ਉਹਦਾ ਟਾਈਮਿੰਗ ਹੁੰਦਾ ਕੁਆਟਰ ਐਂਡ ਤੋਂ ਬਾਅਦ। ਉਸ ਤੋਂ ਬਾਅਦ ਫਿਰ ਤੁਹਾਨੂੰ $50 ਦੀ ਪੈਨਲਟੀ ਪੈਂਦੀ ਹੈ, ਪਲੱਸ ਤੁਹਾਡਾ ਜਿਹੜਾ ਇਫਟਾ ਹੈ ਉਹ ਰੈਵੋਕੇਟ ਹੋ ਜਾਂਦਾ। ਜਦੋਂ ਤੁਸੀਂ ਫਿਰ ਅੱਗੇ ਭਵਿੱਖ ਵਿੱਚ ਕਿਤੇ ਗਾਂ ਬਾਹਰ ਨਿਕਲਣਾ ਹੁੰਦਾ ਜਾਂ ਬਾਹਰ ਜਾਣਾ ਹੁੰਦਾ ਤਾਂ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ। ਠੀਕ ਹੈ। ਅਗਲੇ ਸਵਾਲ ਵੱਲ ਵਧਦੇ ਹਾਂ। ਗੁਰਦਾਲ ਸਿੰਘ ਜੀ ਤੋਂ ਉਹਨਾਂ ਦਾ ਸਵਾਲ ਦਾ ਜਵਾਬ ਮਿਲ ਚੁੱਕਾ ਹੈ ਔਰ ਅਗਲਾ ਸਵਾਲ ਜਿਹੜਾ ਹੈਗਾ ਫਰੀਮੌਂਟ ਤੋਂ ਸੰਦੀਪ ਦਾ ਸਵਾਲ ਹੈ ਔਰ ਸੰਦੀਪ ਟਾਂਡਾ ਸਾਹਿਬ ਜਾਣਨਾ ਚਾਹੁੰਦੇ ਨੇ ਕਿ ਮੈਂ ਹੁਣੇ ਟਰੱਕ ਖਰੀਦਿਆ, ਬਹੁਤ ਮੁਬਾਰਕਾਂ ਸੰਦੀਪ ਜੀ, ਔਰ ਅਤੇ IRP ਪਲੇਟਾਂ ਲੈ ਕੇ ਉਹ ਟਰੱਕ ਚਲਾ ਰਹੇ ਨੇ। ਉਹਨਾਂ ਦਾ ਕਹਿਣਾ ਕਿ ਮੈਂ ਟਾਈਟਲ ਆਪਣੇ ਨਾਂ ਤੇ ਕਰਵਾਉਣ ਲਈ ਕਿੰਨਾ ਟੈਕਸ ਮੈਨੂੰ ਦੇਣਾ ਪਏਗਾ? ਹਾਂਜੀ, ਇਹ ਬਿਲਕੁਲ ਥੋੜੀ ਇਹ ਵੀ ਕਨਫਿਊਜ਼ਨ ਹੈਗੀ ਆ। ਬਹੁਤ ਵਾਰੀ ਸਾਡੇ ਸੱਜਣ ਇੱਕ ਬਹੁਤ ਵੱਡੀ ਗਲਤੀ ਕਰਦੇ ਆ ਕਿ ਜਦੋਂ ਕਿਸੇ ਖਾਸ ਕਰਕੇ ਪ੍ਰਾਈਵੇਟ ਕੰਪਨੀ ਕੋ ਟਰੱਕ ਬਾਏ ਕੀਤਾ, ਉਹਦੀਆਂ ਲਾਇਸੈਂਸ ਪਲੇਟਾਂ ਤੋਂ IRP ਲੈਂਦੇ ਆ ਤਾਂ ਅਸਲ ਵਿੱਚ ਕੈਲੀਫੋਰਨੀਆ ਵਿੱਚ ਅਗਰ ਉਹਦੀ ਅਸੀਂ ਟਾਈਟਲ ਓਨਲੀ ਕਰਵਾਉਂਦੇ, ਅਗਰ ਕੱਲਾ ਅਸੀਂ ਟਾਈਟਲ ਟ੍ਰਾਂਸਫਰ ਕਰਾਉਣਾ ਪਰ ਰਜਿਸਟ੍ਰੇਸ਼ਨ ਜਿਹੜੀ ਆ ਉਹ ਅੰਡਰ IRP ਹੋ ਚੁੱਕੀ ਹੈ ਤਾਂ ਉਹਦੇ ਉੱਤੇ ਟੈਕਸ ਜਿਹੜਾ ਹੈ ਉਹ ਨਹੀਂ ਪੈਂਦਾ।
ਜੀ ਪਰ ਅਕਸਰ ਅਸੀਂ ਜਿਹੜੀ ਗਲਤੀ ਕਰਦੇ ਹਾਂ ਉਹ ਇਹ ਹੈ ਕਿ ਅਗਰ ਅਸੀਂ 50,000 ਦਾ ਟਰੱਕ ਕਿਸੇ ਪ੍ਰਾਈਵੇਟ ਪਾਰਟੀ ਕੋ ਬਾਏ ਕੀਤਾ ਤੇ ਅਸੀਂ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸਾਨੂੰ ਇੰਜ ਲੱਗਦਾ ਕਿ ਇਹਦਾ 8 ਜਾਂ 9% ਟੈਕਸ ਦੇਣਾ ਪੈਂਦਾ। ਅਕਸਰ ਅਸੀਂ ਟੈਕਸ ਉਹਦਾ ਘਟਾਉਣ ਵਾਸਤੇ ਉਹਦੀ ਕੀਮਤ ਘੱਟ ਪਵਾ ਲੈਂਦੇ ਹਾਂ, ਜਿਹੜੀ ਕਿ ਜੀ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ। ਇੱਕ ਤਾਂ ਉਹ ਇਲੀਗਲ ਹੈ, ਦੂਸਰੀ ਗੱਲ ਇਹ ਹੈ ਕਿ ਤੁਸੀਂ ਆਪਣਾ ਬਹੁਤ ਵੱਡਾ ਨੁਕਸਾਨ ਕਰ ਰਹੇ ਹੋ, ਕਿਉਂਕਿ ਸਾਲ ਦੇ ਐਂਡ ਤੇ ਤੁਸੀਂ ਡੈਪਰੀਸ਼ੀਏਸ਼ਨ ਜਦੋਂ ਟਰੱਕ ਦੀ ਲੈਣੀ ਹੁੰਦੀ ਹੈ ਤਾਂ ਉਹ ਟਰੱਕ ਦੀ ਕੀਮਤ ਦੇ ਉੱਤੇ ਹੁੰਦੀ ਹੈ ਕਿ ਤੁਸੀਂ ਟਰੱਕ ਦੀ ਕੀਮਤ ਕਿੰਨੀ ਪੇ ਕੀਤੀ ਹੈ। ਐਗਜ਼ਾਮਪਲ, ਜੀ ਅਗਰ ਅਸੀਂ 50,000 ਦਾ ਟਰੱਕ ਲੈਂਦੇ ਹਾਂ ਤਾਂ ਸਾਲ ਦੇ ਐਂਡ ਵਿੱਚ ਅਸੀਂ ਉਹਨੂੰ 5 ਸਾਲ ਦੇ ਵਿੱਚ ਡੈਪਰੀਸ਼ੀਏਟ ਕਰ ਸਕਦੇ ਹਾਂ, ਭਾਵ ਕਿ ਅਸੀਂ $10,000 ਤੱਕ ਦੀ ਡੈਪ ਜਿਹੜੀ ਹਰ ਸਾਲ ਲੈ ਸਕਦੇ ਹਾਂ। ਪਰ ਜੇਕਰ ਅਸੀਂ ਇਹਦੀ ਕੀਮਤ 20,000 ਲਿਖਦੇ ਹਾਂ ਤਾਂ ਫਿਰ ਅਸੀਂ ਜਿਹੜੀ ਡੈਪਰੀਸ਼ੀਏਸ਼ਨ ਆ ਉਹ ਸਿਰਫ 4,000 ਦੀ ਲੈ ਸਕਦੇ ਹਾਂ। ਸੋ 10,000 ਦੀ ਡੈਪਰੀਸ਼ੀਏਸ਼ਨ ਦੇ ਉੱਤੇ ਮੋਟੇ ਰੂਪ ਵਿੱਚ 2-2.5 ਤੁਹਾਡਾ ਟੈਕਸ ਜਿਹੜਾ ਉਹ ਸੇਵ ਹੋ ਜਾਂਦਾ। ਪਰ ਜੇਕਰ ਅਸੀਂ ਕੀਮਤ ਹੀ 4-5 ਹਜ਼ਾਰ ਦੀ ਡੈਪਰੀਸ਼ੀਏਸ਼ਨ ਲੈਂਦੇ ਹਾਂ ਤਾਂ ਸਾਡਾ ਜਿਹੜਾ ਟੈਕਸ ਬੈਨੀਫਿਟ ਆ ਸਾਨੂੰ 1,000-1,200 ਜਾਂ 800 ਤੋਂ ਵੱਧ ਨਹੀਂ ਮਿਲਦੇ। ਸੋ ਠੀਕ ਪਹਿਲੀ ਬਹੁਤ ਵੱਡੀ ਜਿਹੜੀ ਗਲਤੀ ਆ ਉਹ ਇਹ ਹੈ ਕਿ ਜਦੋਂ ਅਸੀਂ ਪਲੇਟਾਂ IRP ਅੰਡਰ ਰਜਿਸਟਰਡ ਕਰਵਾਉਂਦੇ ਆ ਕਿਸੇ ਟਰੱਕ ਨੂੰ ਕੈਲੀਫੋਰਨੀਆ ਦੇ ਵਿੱਚ, ਤਾਂ ਉਹਦੀ ਟਾਈਟਲ ਓਨਲੀ, ਖਾਸ ਕਰਕੇ ਜਿਹੜੀ ਅਸੀਂ ਓਨਰਸ਼ਿਪ ਕਹਿ ਲਓ, ਜਿਹਨੂੰ ਅਸੀਂ ਓਨਰਸ਼ਿਪ ਕਹਿੰਦੇ ਆ, ਜਦੋਂ ਅਸੀਂ ਓਨਰਸ਼ਿਪ ਆਪਣੇ ਅੰਡਰ ਕਰਵਾਉਂਦੇ ਆ ਜਾਂ ਟਾਈਟਲ ਆਪਣੇ ਅੰਡਰ ਕਰਵਾਉਂਦੇ ਆ ਟਰੱਕ ਦਾ, ਤਾਂ ਉਹਦੇ ਉੱਤੇ ਟੈਕਸ ਜਿਹੜਾ ਉਹ ਜ਼ੀਰੋ ਹੁੰਦਾ। ਉਹਦਾ ਟੈਕਸ ਕੋਈ ਵੀ ਡਿਊ ਨਹੀਂ ਹੁੰਦਾ, ਸਿਰਫ ਕੋਈ $22-23 ਦੇ ਕਰੀਬ ਉਹਦੀ ਫੀਸ ਹੁੰਦੀ ਹੈ ਜਿਹੜੀ ਕਿ ਸਾਨੂੰ ਦੇਣੀ ਪੈਂਦੀ ਹੈ। ਸੋ ਮੇਰੀ ਪਹਿਲੀ ਗੱਲ ਉਹਨਾਂ ਨੂੰ ਇਹ ਦਰਖਾਸਤ ਹੈ ਕਿ ਭਾਈ ਤੁਹਾਨੂੰ ਕੋਈ ਵੀ ਟੈਕਸ ਦੇਣ ਦੀ ਜ਼ਰੂਰਤ ਨਹੀਂ। ਅਗਰ ਕੋਈ ਵੀ ਬੰਦਾ ਤੁਹਾਨੂੰ ਟੈਕਸ ਪਾਉਂਦਾ ਹੈ ਜਾਂ DMV ਤੁਹਾਨੂੰ ਟੈਕਸ ਪਾਉਂਦੀ ਹੈ ਤੇ ਇਹ ਗਲਤ ਆ, ਤੁਸੀਂ ਬਕਾਇਦਾ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਲਓ। ਦੂਸਰੀ ਗੱਲ ਹੈ ਕਿ ਕਦੀ ਵੀ ਕੀਮਤ ਘੱਟ ਪਾਉਣ ਦੀ IRP ਲਾਇਸੈਂਸ ਪਲੇਟਾਂ ਉੱਤੇ ਅਗਰ ਤੁਸੀਂ ਟਾਈਟਲ ਟ੍ਰਾਂਸਫਰ ਕਰਵਾਉਣਾ ਹੈ ਤਾਂ ਉਹਦੇ ਵਿੱਚ ਕਦੀ ਵੀ ਜਿਹੜਾ ਕੀਮਤ ਹੈ ਉਹਨੂੰ ਘੱਟ ਪਾਉਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਤੁਸੀਂ ਕੀਮਤ ਘੱਟ ਪਵਾ ਕੇ ਇੱਕ ਇਲੀਗਲ ਕੰਮ ਕਰ ਰਹੇ ਹੋ, ਪਲੱਸ ਆਪਣਾ ਇੱਕ ਬਹੁਤ ਵੱਡਾ ਨੁਕਸਾਨ ਕਰ ਰਹੇ ਹੋ। ਸੋ ਠੀਕ ਇਹਦੇ ਉੱਤੇ ਟੈਕਸ ਦੀ ਬਿਲਕੁਲ ਵੀ ਜਿਹੜਾ ਹੈ ਉਹ ਜ਼ੀਰੋ ਟੈਕਸ ਹੁੰਦਾ ਹੈ। ਠੀਕ ਹੈ। ਸੋ ਸੰਦੀਪ ਜੀ, ਉਮੀਦ ਕਰਦੇ ਹਾਂ ਤੁਹਾਨੂੰ ਵੀ ਤੁਹਾਡਾ ਜਿਹੜਾ ਸਵਾਲ ਦਾ ਜਵਾਬ ਹੈ ਬਖੂਬੀ ਟਾਂਡਾ ਸਾਹਿਬ ਨੇ ਦਿੱਤਾ ਹੋਏਗਾ। ਸੋ ਟਾਂਡਾ ਸਾਹਿਬ ਫਿਲਹਾਲ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਅੱਜ ਆਡਿਟ ਦੀ ਅਸੀਂ ਗੱਲ ਕੀਤੀ ਔਰ ਆਡਿਟ ਬਾਰੇ ਜੋ ਵੀ ਤੁਸੀਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ, ਮੈਨੂੰ ਲੱਗਦਾ ਹੈ ਕਿ ਆਪ ਸਾਡੇ ਜਿਹੜੇ ਟਰੱਕ ਭਰਾ ਨੇ ਉਹਨਾਂ ਲਈ ਬਹੁਤ ਜ਼ਰੂਰੀ ਸੀ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਲਈ ਰਜਿੰਦਰ ਸਿੰਘ ਟਾਂਡਾ ਸਾਹਿਬ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਬਲਿੰਦਰ ਸਿੰਘ, ਤੁਸੀਂ ਸਾਨੂੰ ਵਕਤ ਦਿੰਦੇ ਹੋ। ਸਾਡੇ ਟਰੱਕਰ ਵੀਰਾਂ ਵਾਸਤੇ ਇੱਕ ਬੜੀ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਗਲੋਬਲ ਟਰੱਕ ਪਰਮਿਟਸ ਵੱਲੋਂ ਕਿ ਅਸੀਂ ਜਿੰਨੀ ਵੀ ਜਾਣਕਾਰੀ ਵੱਧ ਤੋਂ ਵੱਧ ਆਪਣੇ ਟਰੱਕਰ ਵੀਰਾਂ ਦੇ ਨਾਲ ਸ਼ੇਅਰ ਕਰ ਸਕੀਏ। ਅਸੀਂ ਹਮੇਸ਼ਾ ਗਾਏ ਬਗਾਏ ਅਲੱਗ-ਅਲੱਗ ਚੈਨਲਸ ਤੋਂ, ਆਪਣੇ ਫੇਸਬੁੱਕ ਪੇਜ ਤੋਂ ਜਾਂ ਹੋਰ ਤਰ੍ਹਾਂ ਦੇ ਨਾਲ ਜਿਹੜੇ ਲੋਕ ਸਾਨੂੰ ਮੇਰੇ ਕੋਲ ਕਸਟਮਰਸ ਆਉਂਦੇ ਹਨ, ਮੈਂ ਉਹਨਾਂ ਨੂੰ ਵੀ ਹਮੇਸ਼ਾ ਟ੍ਰੇਨਿੰਗ ਦੇਣ ਦੀ ਕੋਸ਼ਿਸ਼ ਕਰਦਾ। ਔਰ ਤੁਹਾਡਾ ਔਰ ਤੁਹਾਡੇ ਚੈਨਲ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਇਸ ਮੁਹਿੰਮ ਦੇ ਵਿੱਚ, ਸਾਡੇ ਇਸ ਕਾਫਲੇ ਦੇ ਵਿੱਚ ਸਾਡੀ ਬਹੁਤ ਵੱਡੀ ਮਦਦ ਕਰ ਰਹੇ ਹੋ, ਸਾਨੂੰ ਇੱਕ ਪਲੇਟਫਾਰਮ ਪ੍ਰੋਵਾਈਡ ਕਰਵਾ ਰਹੇ ਹੋ। ਸੋ ਤੁਹਾਡਾ ਔਰ ਤੁਹਾਡੀ ਸਾਰੀ ਟੀਮ ਦਾ, ਤੁਹਾਡੇ ਸਾਰੇ ਦੇਖਣ ਵਾਲਿਆਂ ਦਾ, ਸੁਣਨ ਵਾਲਿਆਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਟਾਂਡਾ ਸਾਹਿਬ। ਸੋ ਜੇਕਰ ਤੁਸੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ, ਜੇਕਰ ਤੁਹਾਡੇ ਕੋਲ ਕੋਈ ਸਵਾਲ ਨੇ ਜੋ ਤੁਸੀਂ ਸਾਡੇ ਤਜਰਬੇਕਾਰ ਲੋਕਾਂ ਤੋਂ ਪੁੱਛਣਾ ਚਾਹੁੰਦੇ ਹੋ, ਤਜਰਬੇਕਾਰ ਮਹਿਮਾਨਾਂ ਤੋਂ ਪੁੱਛਣਾ ਚਾਹੁੰਦੇ ਹੋ, ਤਾਂ ਜ਼ਰੂਰ ਫੌਰਨ ਆਪਣਾ ਸਵਾਲ ਲਿਖੋ ਤੇ ਸਾਨੂੰ ਲਿਖ ਭੇਜੋ। ਤੁਸੀਂ ਮੈਨੂੰ ਫੋਨ ਵੀ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ +1 209 275 3038 ਅਤੇ ਸਾਡਾ ਈਮੇਲ ਐਡਰੈਸ ਹੈ info@cktimetv.com। ਤੁਸੀਂ ਮੇਰੇ ਫੇਸਬੁੱਕ ਪੇਜ ਰਾਹੀਂ ਵੀ ਮੈਨੂੰ ਸੰਪਰਕ ਕਰ ਸਕਦੇ ਹੋ। ਮੇਰਾ ਫੇਸਬੁੱਕ ਪੇਜ ਹੈ @bhalinder_official। ਸੋ ਬਹੁਤ ਬਹੁਤ ਸ਼ੁਕਰੀਆ। ਤੁਸੀਂ ਵੇਖ ਰਹੇ ਸੀ ਸਾਡਾ ਖਾਸ ਪ੍ਰੋਗਰਾਮ ਨਾਰਥ ਅਮਰੀਕਾ ਟਰੱਕਿੰਗ ਸ਼ੋ। ਧੰਨਵਾਦ।